च तैनू जे चैन नहीं लगदा, दुनिया च तैनू जे चैन नहीं लगदा। यीशु कोल आवीं ते चंगा है, दुनिया च तैनू जे चैन नहीं लगदा। पापा दे हनेरियां च किथे लंघा जाना है, उच्चे नीवें थावां विच खेडे पिया खाना है। पापा दे हनेरियां च किथे लंघा जाना है, उच्चे नीवें थावां विच खेडे पिया खाना है। तेरा जेड़ा पार चुके तैनू नहीं लगदा, तेरा जेड़ा पार चुके तैनू नहीं लगदा। यीशु कोल आवें ते चंगा है, दुनिया च तैनू जे चैन नहीं लगदा। प्रेज लॉर्ड एवरीवन, मैं पास्टर कुलभूषण जौहर एशियन चर्च ऑफ क्राइस्ट वैंकूवर BC तो प्रोग्राम नवीं जिंदगी दे वल विच तुहाडा सारिਆਂ ਦਾ बहुत-बहुत स्वागत करदा। मैं उम्मीद करदा तुसीं सारे चंगे होवोगे, तंदुरुस्त होवोगे ते परमेश्वर दे कलाम विच वध रहे होवोगे। आओ हर बार ਦੀ ਤਰ੍ਹਾਂ ਅਸੀਂ परमेश्वर ਦੇ वचन ਵਿੱਚੋਂ ਸਿੱਖਣ ਤੋਂ ਪਹਿਲਾਂ, ਉਹਦੇ ਕਲਾਮ ਨੂੰ ਸੁਣਨ ਤੋਂ ਪਹਿਲਾਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਅਸੀਂ ਆਪਣੇ ਹੱਥਾਂ ਨੂੰ ਜੋੜਾਂਗੇ, ਅਸੀਂ ਆਪਣੇ ਸਿਰਾਂ ਨੂੰ ਝੁਕਾਵਾਂਗੇ ਤੇ ਪ੍ਰਾਰਥਨਾ ਦੇ ਵਿੱਚ ਆਵਾਂਗੇ। ਸਰਵ ਸ਼ਕਤੀਮਾਨ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਇਹ ਮੌਕਾ ਦਿੱਤਾ ਅਸੀਂ ਤੁਹਾਡੀ ਹਜ਼ੂਰੀ 'ਚ ਬੈਠ ਸਕੀਏ। ਖੁਦਾਵੰਦ, ਅੱਜ ਜਦੋਂ ਅਸੀਂ ਤੁਹਾਡੇ ਕਲਾਮ ਨੂੰ ਸੁਣੀਏ ਪਿਤਾ ਪਰਮੇਸ਼ਵਰ, ਇਹ ਵਚਨ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ 100 ਗੁਣਾ ਫਲਾਂ ਨੂੰ ਲੈ ਕੇ ਆਉਣ। ਮਹਾਨ ਪਰਮੇਸ਼ਵਰ, ਇਹ ਵਚਨ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਨੂੰ ਐਡ ਕਰ ਦੇਣ। ਖੁਦਾਵੰਦ, ਹਰ ਇੱਕ ਜਨ ਅੱਜ ਤੇਰੇ ਵਚਨਾਂ ਨੂੰ ਸੁਣੇ ਤੇ ਪਿਤਾ ਪਰਮੇਸ਼ਵਰ ਉਹਨਾਂ ਦੀ ਜ਼ਿੰਦਗੀਆਂ ਸੇਮ ਨਾ ਰਹਿਣ। ਹਰ ਉਲਝਾਉਣ ਵਾਲੀ ਆਤਮਾ, ਹਰ ਸ਼ੈਤਾਨ ਦੀ ਹਰ ਇੱਕ ਉਹਦੀ ਯੁਕਤੀ ਯੀਸ਼ੂ ਮਸੀਹ ਦੇ ਨਾਮ 'ਚ ਕੈਂਸਲ ਹੋਵੇ। ਯੀਸ਼ੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ ਆਮੀਨ। ਤੁਸੀਂ ਵੀ ਬੋਲ ਸਕਦੇ ਹੋ ਆਮੀਨ ਆਮੀਨ ਦਾ ਮਤਲਬ ਜੋ ਕੁਝ ਅਸੀਂ ਮੰਗਿਆ ਪ੍ਰਭੂ ਯੀਸ਼ੂ ਮਸੀਹ ਨੂੰ ਉਸੇ ਤਰ੍ਹਾਂ ਹੋਣ ਲਈ ਦੇਵੇ। ਤੇ ਵਿੱਚ ਜਦੋਂ ਮੈਂ ਹਾਲੇਲੂਇਆ ਵਰਡ ਦਾ ਇਸਤੇਮਾਲ ਕਰਦਾ, ਸ਼ਾਇਦ ਤੋਂ ਕੋਈ ਮੇਰਾ ਭੈਣ ਭਰਾ ਇਹਦਾ ਮਤਲਬ ਨਾ ਜਾਣਦਾ ਹੋਵੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਹਾਲੇਲੂਇਆ ਦਾ ਮਤਲਬ ਹੈ ਅਸਮਾਨ ਤੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੀ ਮਹਿਮਾ ਹੋਵੇ। ਪ੍ਰੇਜ਼ ਗॉड। ਅੱਜ ਜੋ ਵਿਸ਼ਾ ਮੈਂ ਤੁਹਾਡੇ ਨਾਲ ਬਾਈਬਲ ਵਿੱਚੋਂ ਸਾਂਝਾ ਕਰਨਾ ਚਾਹੁੰਦਾ, ਇਹ ਵਿਸ਼ਾ ਬਹੁਤ ਹੀ ਕਾਮਨ ਵਿਸ਼ਾ ਹੈ। ਇਹ ਵਿਸ਼ਾ ਜਦੋਂ ਤੁਸੀਂ ਅੱਜ ਸੁਣੋਗੇ, ਤੁਹਾਡੀ ਜ਼ਿੰਦਗੀ ਸੱਚਮੁੱਚ ਇੱਕ ਨਵੀਂ ਜ਼ਿੰਦਗੀ ਦੇ ਵੱਲ ਜਾਏਗੀ। ਅੱਜ ਦੇ ਟਾਈਮ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਦੇ ਦੁੱਖਾਂ ਤੋਂ ਉਨਾ ਦੁਖੀ ਨਹੀਂ ਹੁੰਦੇ ਜਿੰਨਾ ਅਸੀਂ ਲੋਕਾਂ ਦੇ ਕਹੇ ਗਏ ਵਰਡਸ ਨੂੰ ਲੈ ਕੇ ਅਸੀਂ ਨਿਰਾਸ਼ ਹੋ ਜਾਂਦੇ ਹਾਂ, ਅਸੀਂ ਦੁਖੀ ਹੋ ਜਾਂਦੇ ਹਾਂ। ਅਸੀਂ ਦੂਸਰਿਆਂ ਦੇ ਉੱਤੇ, ਉਹਨਾਂ ਦੇ ਕਹੇ ਗਏ ਵਰਡਸ ਦੇ ਉੱਤੇ ਇੰਨਾ ਡਿਪੈਂਡ ਹੁੰਦੇ ਹਾਂ, ਅਸੀਂ ਉਹਨਾਂ ਦੇ ਵੱਲੋਂ ਦਿੱਤੇ ਗਏ ਉਸ ਤਰ੍ਹਾਂ ਦੇ ਉਹਨਾਂ ਦੇ ਜੋ ਵੀ ਉਹ ਬੋਲਦੇ ਸਾਡੇ ਬਾਰੇ, ਅਸੀਂ ਉਸ ਚੀਜ਼ ਨੂੰ ਲੈ ਕੇ ਇੰਨੇ ਡਿਸਟਰਬ ਹੋ ਜਾਂਦੇ ਹਾਂ ਕਿ ਕੀ ਉਹ ਸਾਡੇ ਬਾਰੇ ਸੋਚਦੇ ਨੇ। ਇਹ ਚੀਜ਼ ਸਾਡੀ ਲਾਈਫ ਨੂੰ ਡਿਸਟਰਬ ਕਰਦੀ ਹੈ। ਅੱਜ ਮੈਂ ਬਾਈਬਲ ਦੇ ਵਿੱਚੋਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਵਚਨ ਇਸ ਚੀਜ਼ ਦੇ ਬਾਰੇ ਐਕਸਪਲੇਨ ਕਰਦਾ ਕਿ ਅਸੀਂ ਇਸ ਤਰ੍ਹਾਂ ਨਾ ਕਰੀਏ, ਅਸੀਂ ਉਹਨਾਂ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਈਏ, ਉਹਨਾਂ ਤੋਂ ਨਾ ਡਰੀਏ, ਉਹਨਾਂ ਦਾ ਵਿਰੋਧ ਨਾ ਕਰੀਏ ਜੋ ਸਾਡੇ ਸਰੀਰ ਨੂੰ, ਸਾਡੇ ਮਨ ਨੂੰ, ਸਾਡੀਆਂ ਭਾਵਨਾਵਾਂ ਨੂੰ ਹਰਟ ਕਰਦੇ ਨੇ। ਪਰ ਅਸੀਂ ਉਸ ਚੀਜ਼ ਤੋਂ ਡਰੀਏ ਜੋ ਸਾਡੀ ਆਤਮਾ ਤੇ ਸਰੀਰ ਦੋਨਾਂ ਨੂੰ ਘਾਤ ਕਰ ਸਕਦਾ। ਅੱਜ ਅਸੀਂ ਉਹਨਾਂ ਚੀਜ਼ਾਂ ਦੀ ਚਿੰਤਾ ਕਰਦੇ ਹਾਂ ਜਿਹਦੀ ਚਿੰਤਾ ਕਰਕੇ ਨਾ ਕੁਝ ਅਸੀਂ ਵਧਾ ਸਕਦੇ ਹਾਂ, ਨਾ ਘਟਾ ਸਕਦੇ ਹਾਂ, ਅਸੀਂ ਉਹ 'ਚ ਕੁਝ ਵੀ ਚੇਂਜ ਨਹੀਂ ਕਰ ਸਕਦੇ। ਪਰ ਅਸੀਂ ਉਸ ਚੀਜ਼ ਦੀ ਚਿੰਤਾ ਬਿਲਕੁਲ ਨਹੀਂ ਕਰਦੇ ਜਿਹਦੇ ਬਾਰੇ ਸਾਨੂੰ ਸੀਰੀਅਸ ਹੋਣਾ, ਜਿਹਦੇ ਬਾਰੇ ਸਾਡੀ ਇਟਰਨਿਟੀ ਜਿਹਦੇ ਨਾਲ ਜੁੜੀ ਹੋਈ ਹੈ, ਅਨੰਤ ਜੀਵਨ ਜੁੜਿਆ ਹੋਇਆ, ਇਸ ਜੀਵਨ ਤੋਂ ਬਾਅਦ ਦਾ ਜੀਵਨ ਜਿਹਦੇ ਨਾਲ ਜੁੜਿਆ ਹੋਇਆ। ਹਾਲੇਲੂਇਆ। ਆਓ ਅਸੀਂ ਇੱਕ ਵਚਨ ਨੂੰ ਪੜ੍ਹਾਂਗੇ ਜੋ ਸਾਨੂੰ ਮਿਲਦਾ ਗਲਾਤੀਆਂ ਦੀ ਕਿਤਾਬ, ਉਹਦਾ 5 ਅਧਿਆਏ, ਉਹਦੀ 16 ਆਇਤ ਤੋਂ। ਮੈਂ ਥੋੜ੍ਹਾ ਤੁਹਾਡੇ ਲਈ ਪੜ੍ਹਾਂਗਾ, ਪਰ ਤੁਸੀਂ ਇਸ ਪੂਰੇ ਅਧਿਆਏ ਨੂੰ ਘਰ ਦੇ ਵਿੱਚ ਪੜ੍ਹ ਸਕਦੇ ਹੋ। ਇੱਥੇ ਇਸ ਤਰ੍ਹਾਂ ਲਿਖਿਆ, ਮੇਰੇ ਕਹਿਣ ਦਾ ਅਰਥ ਹੈ ਕਿ ਪਵਿੱਤਰ ਆਤਮਾ ਦੀ ਅਗਵਾਈ ਹੇਠ ਜੀਵਨ ਗੁਜ਼ਾਰੋ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਸਰੀਰ ਦੀਆਂ ਵਾਸਨਾਵਾਂ ਨੂੰ ਪੂਰੀਆਂ ਨਹੀਂ ਕਰ ਸਕੋਗੇ।
ਹਾਲੇਲੂਇਆ। ਕਿਉਂਕਿ ਸਰੀਰ ਦੀਆਂ ਵਾਸਨਾਵਾਂ ਆਤਮਾ ਦੇ ਵਿਰੋਧ ਹੁੰਦੀਆਂ ਹਨ ਅਤੇ ਆਤਮਾ ਦੀਆਂ ਸਰੀਰ ਦੇ, ਇਹ ਦੋਵੇਂ ਇੱਕ ਦੂਜੇ ਦੇ ਵਿਰੋਧ ਵਿੱਚ ਹਨ। ਇਸੇ ਲਈ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਕਰ ਸਕਦੇ। ਜੇਕਰ ਤੁਸੀਂ ਆਤਮਾ ਦੀ ਅਗਵਾਈ ਵਿੱਚ ਚੱਲਦੇ ਹੋ ਤਾਂ ਤੁਸੀਂ ਵਾਸਨਾਵਾਂ ਦੇ ਅਧੀਨ ਨਹੀਂ ਹੋ। ਇਸ ਤੋਂ ਅੱਗੇ ਸਰੀਰ ਦੇ ਕੰਮਾਂ ਦੇ ਬਾਰੇ ਲਿਖਿਆ ਗਿਆ ਕਿ ਕਿਹੜੇ-ਕਿਹੜੇ ਕੰਮ ਸਰੀਰ ਦੇ ਹੁੰਦੇ ਹਨ। ਉਸ ਤੋਂ ਬਾਅਦ 22 ਆਇਤ ਤੋਂ ਤੁਸੀਂ ਇਹ ਪੜ੍ਹਦੇ ਹੋ ਤਾਂ ਉੱਥੇ ਪਵਿੱਤਰ ਆਤਮਾ ਦੇ ਕੰਮਾਂ ਬਾਰੇ ਲਿਖਿਆ ਗਿਆ, ਕਿਹੜੇ-ਕਿਹੜੇ ਕੰਮ ਪਵਿੱਤਰ ਆਤਮਾ ਦੇ ਨੇ, ਕਿਹੜੇ-ਕਿਹੜੇ ਕੰਮ ਸਰੀਰ ਦੇ ਨੇ। ਉਸ ਤੋਂ ਬਾਅਦ 26 ਆਇਤ ਤੋਂ ਮੈਂ ਤੁਹਾਡੇ ਲਈ ਜੇ ਪੜ੍ਹਾਂ, ਇੱਥੇ ਲਿਖਿਆ ਸਾਨੂੰ ਝੂਠਾ ਹੰਕਾਰ ਨਹੀਂ ਕਰਨਾ ਚਾਹੀਦਾ। ਹਾਲੇਲੂਇਆ। ਬਾਈਬਲ ਕਹਿੰਦੀ ਦੂਜਿਆਂ ਨੂੰ ਗੁੱਸਾ ਨਹੀਂ ਦਿਖਾਉਣਾ ਚਾਹੀਦਾ ਅਤੇ ਨਾ ਹੀ ਦੂਜਿਆਂ ਨਾਲ ਈਰਖਾ ਕਰਨੀ ਚਾਹੀਦੀ ਹੈ। ਬਾਈਬਲ ਇਸ ਗੱਲ ਨੂੰ ਸਾਨੂੰ ਦੱਸਦੀ ਹੈ ਕਿ ਅਸੀਂ ਸਰੀਰ ਦੀਆਂ ਚੀਜ਼ਾਂ ਦੇ ਉੱਤੇ ਅਸੀਂ ਜ਼ਿਆਦਾ ਕਨਸੈਂਟਰੇਟ ਕਰਦੇ ਹਾਂ। ਅਸੀਂ ਇਸ ਚੀਜ਼ ਨੂੰ ਜ਼ਿਆਦਾ ਮਹੱਤਤਾ ਦਿੰਦੇ ਹਾਂ ਕਿ ਸਾਨੂੰ ਸਰੀਰਕ ਤੌਰ ਤੇ ਲੋਕ ਕੀ ਕਹਿੰਦੇ ਨੇ, ਕੀ ਸਾਨੂੰ ਹਰਟ ਕਰਦਾ, ਕੀ ਸਾਨੂੰ ਕਿਸੇ ਦੇ ਕਹਿਣ ਦੇ ਨਾਲ ਸਾਡੀ ਲਾਈਫ ਦੇ ਉੱਤੇ ਇੰਪੈਕਟ ਕਰਦਾ। ਅਸੀਂ ਕਿਸੇ ਦੇ ਕਹੇ ਗਏ ਥੋੜ੍ਹੇ ਜਿਹੇ ਚੰਗੇ ਸ਼ਬਦਾਂ ਨੂੰ ਸੁਣ ਕੇ ਅਸੀਂ ਬਹੁਤ ਖੁਸ਼ ਹੋ ਜਾਂਦੇ ਹਾਂ। ਬਹੁਤ ਵਾਰ ਕਿਸੇ ਦੇ ਥੋੜ੍ਹੇ ਜਿਹੇ ਹਾਰਡ ਸ਼ਬਦਾਂ ਨੂੰ ਸੁਣ ਕੇ ਅਸੀਂ ਬਹੁਤ ਨਿਰਾਸ਼ ਹੋ ਜਾਂਦੇ ਹਾਂ। ਕਈ ਦਿਨ ਇਹ ਗੱਲਾਂ ਸਾਡੇ ਮਾਈਂਡ 'ਚ ਚੱਲਦੀਆਂ ਰਹਿੰਦੀਆਂ, ਕਈ ਮਹੀਨੇ ਸਾਡੇ ਮਾਈਂਡ 'ਚ ਗੱਲਾਂ ਚੱਲਦੀਆਂ ਰਹਿੰਦੀਆਂ। ਇਹਦਾ ਨੁਕਸਾਨ ਇਹ ਹੁੰਦਾ, ਇੱਕ ਤਾਂ ਅਸੀਂ ਦੂਸਰੇ ਵਿਅਕਤੀ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਕੜਵਾਹਟ ਰੱਖ ਕੇ ਬੈਠ ਜਾਂਦੇ ਹਾਂ, ਅਤੇ ਦੂਸਰੀ ਗੱਲ ਇਸ ਚੀਜ਼ ਦੇ ਹੋਣ ਦੇ ਨਾਲ ਸਾਡੀ ਲਾਈਫ ਦੇ ਉੱਤੇ ਇੰਪੈਕਟ ਪੈਂਦਾ। ਅਸੀਂ ਪ੍ਰਾਰਥਨਾ ਨਹੀਂ ਕਰ ਪਾਉਂਦੇ, ਅਸੀਂ ਆਰਾਧਨਾ ਨਹੀਂ ਕਰ ਪਾਉਂਦੇ, ਪਰਮੇਸ਼ਰ ਨਾਲ ਉਸ ਰਿਲੇਸ਼ਨ ਨੂੰ ਅਸੀਂ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਲੈਂਦੇ ਹਾਂ ਖੁਦ ਬਖੁਦ। ਅਸੀਂ ਸਰੀਰ ਦੇ ਅਨੁਸਾਰ ਚੱਲਦੇ ਹਾਂ ਤੇ ਆਪਣੀ ਆਤਮਾ ਦਾ ਨੁਕਸਾਨ ਕਰ ਲੈਂਦੇ ਹਾਂ। ਪੌਲੁਸ ਕਹਿੰਦਾ ਸਰੀਰ ਤੇ ਆਤਮਾ ਦੋਨੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਕੰਮ ਕਰਦੀਆਂ। ਜਦੋਂ ਅਸੀਂ ਇਸ ਚੀਜ਼ ਨੂੰ ਸਮਝ ਜਾਂਦੇ ਹਾਂ ਕਿ ਸਾਹਮਣੇ ਵਾਲਾ ਜੇ ਸਾਨੂੰ ਕਹਿੰਦਾ ਕਿ ਤੇਰੇ ਕੰਮ ਸ਼ੈਤਾਨੀ ਨੇ, ਤੇਰੇ ਕੰਮ ਗਲਤ ਨੇ, ਤੂੰ ਹਰ ਇੱਕ ਪੱਖੋਂ ਤੂੰ ਨੈਗੇਟਿਵ ਹੈ, ਤੂੰ ਗਲਤ ਹੈ, ਸਾਡੇ ਬਾਰੇ ਬੁਰਾ ਭਲਾ ਕੋਈ ਬੋਲਦਾ, ਜੇ ਅਸੀਂ ਇਸ ਚੀਜ਼ ਨੂੰ ਇੱਦਾਂ ਸਮਝ ਲਈਏ ਕਿ ਉਹਦੇ ਸ਼ੈਤਾਨ ਬੋਲਣ ਨਾਲ ਸਾਡੇ ਸਿੰਗ ਨਹੀਂ ਉੱਗਾਏ, ਸਾਡੇ ਸਿੰਗ ਨਹੀਂ ਨਿਕਲਦੇ, ਜੇ ਕੋਈ ਸਾਨੂੰ ਸ਼ੈਤਾਨ ਕਹਿੰਦਾ, ਕੋਈ ਸਾਨੂੰ ਗਲਤ ਕਹਿੰਦਾ, ਤਾਂ ਅਸੀਂ ਉਸ ਤਰ੍ਹਾਂ ਦੀ ਸਾਡੀ ਇਮੇਜ, ਸਾਡੀ ਫੇਸ, ਸਾਡੀ ਬਾਡੀ ਉਸ ਤਰ੍ਹਾਂ ਦੀ ਨਹੀਂ ਬਣ ਜਾਂਦੀ। ਤੇ ਜੇ ਕੋਈ ਸਾਨੂੰ ਕਹਿੰਦਾ ਕਿ ਤੁਸੀਂ ਤਾਂ ਫਰਿਸ਼ਤਿਆਂ ਵਰਗੀਆਂ ਗੱਲਾਂ ਕਰਦੇ ਹੋ, ਤੁਸੀਂ ਤਾਂ ਐਂਜਲ ਹੋ, ਕਿਸੇ ਦੇ ਇਸ ਤਰ੍ਹਾਂ ਕਹਿਣ ਨਾਲ ਸਾਡੇ ਫੰਗ ਨਹੀਂ ਨਿਕਲ ਆਉਂਦੇ। ਕੀ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਕੋਈ ਜੇ ਕਹਿੰਦਾ ਕਿ ਤੂੰ ਤਾਂ ਐਂਜਲ ਹੈ, ਕੀ ਤੁਹਾਡੇ ਫੰਗ ਨਿਕਲ ਆਉਂਦੇ ਨੇ? ਜੇ ਕੋਈ ਤੁਹਾਨੂੰ ਕਹਿੰਦਾ ਕਿ ਤੂੰ ਤਾਂ ਸ਼ੈਤਾਨ ਹੈ, ਕੀ ਤੁਹਾਡੇ ਸਿੰਗ ਨਿਕਲ ਆਉਂਦੇ ਨੇ? ਨਹੀਂ। ਇਹਦਾ ਮਤਲਬ ਕੀ? ਇਹਦਾ ਮਤਲਬ ਇਹ ਕਿਸੇ ਦੇ ਸਾਨੂੰ ਬੁਰਾ ਕਹਿਣ ਦੇ ਨਾਲ ਸਾਡਾ ਬਾਡੀ ਸਟਰਕਚਰ ਉੱਦਾਂ ਦਾ ਨਹੀਂ ਹੋ ਜਾਂਦਾ। ਕਿਸੇ ਦੇ ਚੰਗਾ ਕਹਿਣ ਨਾਲ ਸਾਡਾ ਬਾਡੀ ਸਟਰਕਚਰ ਚੰਗਾ ਨਹੀਂ ਹੋ ਜਾਂਦਾ। ਪਰ ਉਹ ਇਫੈਕਟ ਕਿੱਦਾਂ ਕਰਦਾ? ਜਦੋਂ ਅਸੀਂ ਉਹਨੂੰ ਲੈ ਲੈਂਦੇ ਹਾਂ, ਜਦੋਂ ਕਿਸੇ ਦੇ ਮਾੜੇ ਸ਼ਬਦਾਂ ਨੂੰ ਅਸੀਂ ਲੈ ਲੈਂਦੇ ਹਾਂ, ਰਿਸੀਵ ਕਰ ਲੈਂਦੇ ਹਾਂ, ਫਿਰ ਉਹ ਸਾਡੀ ਬਾਡੀ 'ਤੇ ਇਫੈਕਟ ਕਰਦਾ। ਜਦੋਂ ਕਿਸੇ ਦੇ ਚੰਗੇ ਸ਼ਬਦ ਅਸੀਂ ਲੈ ਲੈਂਦੇ ਹਾਂ, ਅਸੀਂ ਬੜੇ ਖੁਸ਼ ਹੋ ਜਾਂਦੇ ਹਾਂ। ਪਰ ਬਾਈਬਲ ਕਹਿੰਦੀ ਸਰੀਰ ਤੇ ਆਤਮਾ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਕੰਮ ਕਰਦੇ ਨੇ। ਹਾਲੇਲੂਇਆ। ਤੁਸੀਂ ਜਾਣਦੇ ਹੋ ਤੁਹਾਡੀ ਕਿਸੇ ਦੇ ਵੱਲੋਂ ਕੀਤੀ ਗਈ ਵਡਿਆਈ ਕਈ ਵਾਰ ਤੁਹਾਨੂੰ ਨੁਕਸਾਨ 'ਚ ਲੈ ਜਾਂਦੀ ਹੈ, ਤੇ ਕਿਸੇ ਦੇ ਕਹੇ ਗਏ ਕੁਝ ਹਾਰਡ ਵਰਡਸ ਕਈ ਵਾਰ ਤੁਹਾਨੂੰ ਲਿਫਟ ਅਪ ਕਰ ਦਿੰਦੇ ਨੇ, ਜੇ ਤੁਸੀਂ ਆਤਮਿਕ ਹੋ, ਤੁਸੀਂ ਇਸ ਗੱਲ ਨੂੰ ਸਮਝ ਜਾਓਗੇ। ਹਾਲੇਲੂਇਆ। ਬਾਈਬਲ ਦੱਸਦੀ ਹੈ ਕਿ ਅਸੀਂ ਸਰੀਰ ਦੇ ਅਨੁਸਾਰ ਨਹੀਂ ਚੱਲਾਂਗੇ, ਅਸੀਂ ਸਰੀਰ ਦੇ ਅਕੋਰਡਿੰਗ ਨਹੀਂ ਬਣਾਏ ਗਏ। ਬਾਈਬਲ ਵਿੱਚ ਇੱਕ ਸ਼ਖਸ ਬਾਰੇ ਅਸੀਂ ਪੜ੍ਹਦੇ ਹਾਂ, ਸ਼ਾਊਲ ਬਾਰੇ। ਸ਼ਾਊਲ ਨੂੰ ਪਰਮੇਸ਼ਰ ਨੇ ਰਾਜਾ ਬਣਾਇਆ। ਰਾਜਾ ਬਣਾਉਣ ਤੋਂ ਬਾਅਦ ਸ਼ੈਮੂਏਲ ਨੇ ਉਹਨੂੰ ਕਿਹਾ ਕਿ ਅਮਲੇਕੀਆਂ ਨੂੰ ਮਾਰ ਦੇਈਂ, ਖਤਮ ਕਰ ਦੇਈਂ, ਉਹਨਾਂ ਦਾ ਕੋਈ ਜਾਨਵਰ, ਕੋਈ ਵੀ ਚੀਜ਼ ਬਚਣੀ ਨਹੀਂ ਚਾਹੀਦੀ। ਜਦੋਂ ਪਰਮੇਸ਼ਰ ਨੇ ਗੱਲ ਕਹੀ, ਸ਼ਾਊਲ ਨੇ ਆਪਣੀ ਮਰਜ਼ੀ ਦੇ ਅਕੋਰਡਿੰਗ ਉਹਨਾਂ ਦਾ ਕੁਝ ਸਮਾਨ ਰਹਿਣ ਦਿੱਤਾ, ਕੁਝ ਭੇਡ ਬੱਕਰੀਆਂ ਬਚਾ ਲਈਆਂ, ਕੁਝ ਸੋਨਾ ਚਾਂਦੀ ਰੱਖ ਲਿਆ। ਜਿਵੇਂ ਹੀ ਸ਼ੈਮੂਏਲ ਉਹਨੂੰ ਮਿਲਣ ਲਈ ਆਇਆ, ਉਹਨੇ ਕਿਹਾ ਕਿ ਕੀ ਤੂੰ ਸਾਰਾ ਕੁਝ ਖਤਮ ਕਰ ਦਿੱਤਾ? ਉਹਨੇ ਕਿਹਾ ਹਾਂ, ਸਭ ਕੁਝ ਖਤਮ ਕਰਤਾ। ਉਹ ਕਹਿੰਦਾ ਮੈਨੂੰ ਭੇਡਾਂ ਦੀ ਮਿਨਮਿਨਾਨ ਜੋ ਮੈਨੂੰ ਉਹਦੀ ਆਵਾਜ਼ ਜੋ ਹੈ ਸੁਣਦੀ ਪਈ ਹੈ। ਉਹ ਕਹਿੰਦਾ ਹਾਂ, ਮੈਂ ਤੇਰੇ ਹੀ ਪਰਮੇਸ਼ਰ ਲਈ ਇਹਨਾਂ ਨੂੰ ਰੱਖਿਆ ਕਿ ਉਹਨੂੰ ਬਲੀਦਾਨ ਕਰਾਂ। ਸ਼ੈਮੂਏਲ ਨੇ ਉਹਨੂੰ ਕਿਹਾ ਕਿ ਕੀ ਪਰਮੇਸ਼ਰ ਭੇਟਾਂ, ਬਲੀਆਂ, ਬਲੀਦਾਨਾਂ ਤੋਂ ਜ਼ਿਆਦਾ ਇਸ ਚੀਜ਼ ਤੋਂ ਖੁਸ਼ ਨਹੀਂ ਹੁੰਦਾ ਕਿ ਉਹਦੀ ਆਗਿਆਕਾਰਿਤਾ ਦੇ ਵਿੱਚ ਰਿਹਾ ਜਾਏ? ਉਹਨੂੰ ਸ਼ੈਮੂਏਲ ਨੇ ਕਿਹਾ ਕਿ ਪਰਮੇਸ਼ਰ ਤੈਨੂੰ ਰਾਜਾ ਬਣਾ ਕੇ ਪਛਤਾਇਆ, ਹੁਣ ਤੇਰਾ ਜਿਹੜਾ ਡਾਊਨਫਾਲ ਸ਼ੁਰੂ ਹੋ ਜਾਏਗਾ। ਜਦੋਂ ਇਹ ਗੱਲ ਸ਼ਾਊਲ ਨੂੰ ਪਤਾ ਲੱਗੀ, ਹੋਣਾ ਤਾਂ ਇਹ ਚਾਹੀਦਾ ਸੀ ਕਿ ਸ਼ਾਊਲ ਰਿਪੈਂਟ ਕਰਦਾ। ਉਹਨੂੰ ਕਹਿੰਦਾ ਕਿ ਠੀਕ ਹੈ, ਮੇਰੇ ਤੋਂ ਗਲਤੀ ਹੋਈ, ਮੈਂ ਤੇਰੀ ਗੱਲ ਨੂੰ ਸੁਣ ਕੇ ਮੈਂ ਰਿਪੈਂਟ ਕਰਦਾ। ਪਰ ਉਹ ਕਹਿੰਦਾ ਠੀਕ ਹੈ, ਇਹ ਮੈਂ ਕੀਤਾ, ਪਰ ਹੁਣ ਜਦੋਂ ਤੂੰ ਮੇਰੇ ਲੋਕਾਂ ਦੇ ਸਾਹਮਣੇ ਮੇਰੇ ਨਾਲ ਜਾਏਗਾ, ਉਹਨਾਂ ਨੂੰ ਇਹ ਗੱਲ ਨਾ ਦੱਸੀ। ਉਹਨੂੰ ਲੋਕਾਂ ਦੀ ਚਿੰਤਾ ਸੀ, ਲੋਕਾਂ ਦੇ ਵਰਡਸ ਦੀ ਚਿੰਤਾ ਸੀ। ਉਹਨੂੰ ਸੀ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ, ਮੈਨੂੰ ਕੀ ਕਹਿਣਗੇ। ਇਸੇ ਸੇਮ ਵੇ ਦੇ ਵਿੱਚ ਜਦੋਂ ਦਾਊਦ ਕੋਲੋਂ ਪਾਪ ਹੋਇਆ, ਦਾਊਦ ਨੂੰ ਜਦੋਂ ਨਤਾਨ ਨਬੀ ਨੇ ਕਿਹਾ ਤੂੰ ਪਾਪ ਕੀਤਾ, ਉਹਨੇ ਲੋਕਾਂ ਦੀ ਚਿੰਤਾ ਨਹੀਂ ਕੀਤੀ। ਉਹ ਕਹਿੰਦਾ ਯੈਸ ਮੈਂ ਪਾਪ ਕੀਤਾ। ਉਹਨੇ ਰਿਪੈਂਟ ਕੀਤਾ, ਪਰਮੇਸ਼ਰ ਕੋ ਗਿਆ, ਮਾਫੀ ਮੰਗੀ। ਉਹਨੇ ਕਿਹਾ ਪਰਮੇਸ਼ਰ ਤੇਰਾ ਆਤਮਾ ਮੇਰੇ ਤੋਂ ਅਲੱਗ ਨਾ ਕਰੀ,
ਉਹ ਆਤਮਿਕ ਵਿਅਕਤੀ ਸੀ, ਉਹ ਉਸ ਆਤਮਿਕ ਗੱਲ ਨੂੰ ਸਮਝਦਾ ਸੀ। ਬਾਈਬਲ ਕਹਿੰਦੀ ਕਿ ਉਸ ਤੋਂ ਨਾ ਡਰੋ ਜੋ ਸਰੀਰ ਨੂੰ ਘਾਤ ਕਰ ਸਕਦਾ, ਪਰ ਉਸ ਤੋਂ ਡਰੋ ਜੋ ਤੁਹਾਡੀ ਆਤਮਾ ਨੂੰ ਵੀ ਘਾਤ ਕਰ ਸਕਦਾ। ਹਾਲੇਲੂਇਆ। ਅਸੀਂ ਲੋਕਾਂ ਦੇ ਵਰਡਸ ਦੇ ਉੱਤੇ ਡਿਪੈਂਡ ਹੋ ਜਾਂਦੇ ਹਾਂ। ਅਸੀਂ ਦੇਖਦੇ ਹਾਂ ਉਹਨੇ ਮੇਰੇ ਬਾਰੇ ਕਿਹਾ, ਮਾੜਾ ਕਿਹਾ, ਮੈਂ ਵੀ ਉਹਨੂੰ ਇਸ ਤਰ੍ਹਾਂ ਕਿਹਾ, ਉਹਨੇ ਫਿਰ ਮੈਨੂੰ ਹੋਰ ਕਿਹਾ, ਮੈਂ 4 ਗੱਲਾਂ ਹੋਰ ਸੁਣਾਈਆਂ। ਕਦੋਂ ਤੱਕ ਇਹ ਚੱਲਦਾ ਰਿਹਾ? ਜਦ ਤੱਕ ਅਸੀਂ ਸੈਟਿਸਫਾਈ ਨਹੀਂ ਹੋ ਗਏ ਕਿ ਅਸੀਂ ਉਸ ਤੋਂ ਜ਼ਿਆਦਾ ਬੁਰਾ ਵਿਵਹਾਰ ਉਹਦੇ ਨਾਲ ਕੀਤਾ, ਅਸੀਂ ਉਸ ਨੂੰ ਉਹਦੇ ਕਹੇ ਤੋਂ ਜ਼ਿਆਦਾ ਦੁੱਗਣਾ ਉਹਨੂੰ ਸੁਣਾਇਆ। ਇਹ ਸੁਣਾ ਕੇ ਅਸੀਂ ਆਪਣੇ ਸਰੀਰ ਨੂੰ ਸੈਟਿਸਫਾਈ ਕਰਦੇ ਹਾਂ। ਸਾਨੂੰ ਲੱਗਦਾ ਕਿ ਹਾਂ ਅਸੀਂ ਬਹੁਤ ਚੰਗਾ ਕੀਤਾ, ਅਸੀਂ ਉਹ ਤੋਂ ਜ਼ਿਆਦਾ ਇਫੈਕਟਿਵ ਸੀ। ਤੁਸੀਂ ਇਸ ਤਰ੍ਹਾਂ ਕਰਕੇ ਇਫੈਕਟਿਵ ਨਹੀਂ ਹੋ ਰਹੇ, ਤੁਸੀਂ ਇਸ ਤਰ੍ਹਾਂ ਕਰਕੇ ਆਪਣੀ ਆਤਮਾ ਨੂੰ ਘਾਤ ਕਰ ਰਹੇ ਹੋ, ਆਪਣੀ ਸਪਿਰਿਟ ਨੂੰ ਹਰਟ ਕਰ ਰਹੇ ਹੋ, ਪਰਮੇਸ਼ਵਰ ਤੋਂ ਉਨਾ ਹੀ ਦੂਰ ਹੋ ਰਹੇ ਹੋ। ਹਾਲੇਲੂਇਆ। ਬਾਈਬਲ ਇਸ ਗੱਲ ਨੂੰ ਸਾਨੂੰ ਸਾਫ਼ ਦੱਸਦੀ ਹੈ ਕਿ ਅਸੀਂ ਲੋਕਾਂ ਦੇ ਚਲਾਏ ਨਾ ਚੱਲੀਏ। ਲੋਕ ਸਾਡੇ ਬਾਰੇ ਕੀ ਸੋਚਣਗੇ ਇਹ ਨਾ ਸੋਚੀਏ, ਅਸੀਂ ਇਹ ਸੋਚੀਏ ਕਿ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ। ਯਾਦ ਰੱਖੋ, ਬਾਈਬਲ ਕਹਿੰਦੀ ਕਿ ਇਨਸਾਨ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ, ਪਰ ਅਸੀਂ ਆਤਮਾ ਦੇ ਚਲਾਏ ਚੱਲ ਕੇ ਪਰਮੇਸ਼ਰ ਨੂੰ ਖੁਸ਼ ਕਰ ਸਕਦੇ ਹਾਂ। ਤੇ ਜੇ ਪਰਮੇਸ਼ਰ ਸਾਡੇ ਤੋਂ ਖੁਸ਼ ਹੈ, ਉਹ ਇਨਸਾਨਾਂ ਨੂੰ ਆਪਣੇ ਆਪ ਖੁਸ਼ ਕਰ ਦੇਗਾ। ਹਾਲੇਲੂਇਆ। ਅਸੀਂ ਇਸ ਚੀਜ਼ ਨੂੰ ਸਮਝੀਏ। ਪੌਲੁਸ ਨੇ ਇੱਥੇ ਕਿਹਾ ਕਿ ਮੇਰੇ ਕਹਿਣ ਦਾ ਅਰਥ ਹੈ ਕਿ ਪਵਿੱਤਰ ਆਤਮਾ ਦੀ ਅਗਵਾਈ ਹੇਠ ਜੀਵਨ ਗੁਜ਼ਾਰੋ। ਇਸੇ ਗੱਲ ਨੂੰ ਬਾਈਬਲ 'ਚ ਲਿਖਿਆ ਕਿ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ। ਪਰਮੇਸ਼ਰ ਨੇ ਇਹ ਨਹੀਂ ਕਿਹਾ ਕਿ ਚੰਗੇ ਬਣੋ ਕਿਉਂਕਿ ਮੈਂ ਚੰਗਾ ਵਾਂ, ਪ੍ਰਭਾਵਸ਼ਾਲੀ ਬਣੋ ਕਿਉਂਕਿ ਮੈਂ ਪ੍ਰਭਾਵਸ਼ਾਲੀ ਹਾਂ। ਪਰਮੇਸ਼ਰ ਨੇ ਕਿਹਾ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ। ਕਿਉਂ? ਕਿਉਂਕਿ ਬਿਨਾਂ ਪਵਿੱਤਰਤਾ ਦੇ ਕੋਈ ਪਰਮੇਸ਼ਰ ਨੂੰ ਨਹੀਂ ਦੇਖ ਸਕਦਾ। ਹੋ ਸਕਦਾ ਤੁਸੀਂ ਨਸ਼ਾ ਨਹੀਂ ਕਰਦੇ, ਸ਼ਰਾਬ ਨਹੀਂ ਪੀਂਦੇ, ਵਿਭਾਚਾਰ ਨਹੀਂ ਕਰਦੇ, ਗੰਦਗੀ ਤੋਂ ਬਹੁਤ ਦੂਰ ਹੋ, ਸੁਸਾਇਟੀ ਬਹੁਤ ਅੱਛੀ ਹੈ, ਪਰ ਤੁਸੀਂ ਲੋਕਾਂ ਦੀਆਂ ਵਰਡਸ ਨੂੰ ਮੈਡੀਟੇਟ ਕਰਦੇ ਹੋ। ਯਾਦ ਰੱਖੋ, ਜੇ ਤੁਸੀਂ ਲੋਕਾਂ ਦੇ ਵਰਡਸ ਨੂੰ ਮੈਡੀਟੇਟ ਕਰਨ ਵਾਲੇ ਹੋ, ਤੁਸੀਂ ਪਵਿੱਤਰ ਨਹੀਂ ਰਹਿ ਸਕਦੇ। ਜੇ ਤੁਹਾਨੂੰ ਕਿਸੇ ਨੇ ਗਾਲਾਂ ਕੱਢੀਆਂ, ਤੁਹਾਡੇ ਨਾਲ ਕਿਸੇ ਨੇ ਚੀਟਿੰਗ ਕੀਤੀ, ਤੁਹਾਨੂੰ ਕਿਸੇ ਨੇ ਮਾੜਾ ਕਿਹਾ, ਮਾੜਾ ਤੁਹਾਡੇ ਨਾਲ ਕੀਤਾ, ਜੇ ਤੁਸੀਂ ਸਰੀਰਿਕ ਹੋ, ਤੁਸੀਂ ਉੱਤੇ ਮੈਡੀਟੇਟ ਕਰੋਗੇ। ਚਾਹੇ ਤੁਸੀਂ ਉਹਨੂੰ ਕੁਛ ਉਹਦੇ ਅਗੇਂਸਟ ਨਾ ਕਹੋ, ਪਰ ਤੁਸੀਂ ਉੱਤੇ ਮੈਡੀਟੇਟ ਕਰ ਰਹੇ ਹੋ, ਉਹਨੂੰ ਯਾਦ ਕਰ ਰਹੇ ਹੋ ਬਾਰ-ਬਾਰ। ਜਿਵੇਂ ਤੁਸੀਂ ਇਹਨੂੰ ਕਰਦੇ ਰਹੋਗੇ, ਤੁਹਾਡੇ ਮਨ ਦੇ ਵਿੱਚੋਂ, ਤੁਹਾਡੀ ਸਪਿਰਿਟ ਦੇ ਵਿੱਚੋਂ ਕੜੱਤਣ ਕਦੇ ਦੂਰ ਨਹੀਂ ਹੋਏਗੀ। ਤੁਸੀਂ ਉਹਦੇ ਬਾਰੇ ਕਦੇ ਪੋਜ਼ਿਟਿਵ ਨਹੀਂ ਸੋਚ ਸਕਦੇ, ਤੁਹਾਨੂੰ ਹਰ ਚੀਜ਼ ਉਹਦੇ ਬਾਰੇ ਨੈਗੇਟਿਵ ਨਜ਼ਰ ਆਏਗੀ। ਇਹ ਹੁੰਦਾ ਹੈ ਕਿਉਂ? ਕਿਉਂਕਿ ਆਤਮਾ ਤੇ ਸਰੀਰ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਕੰਮ ਕਰਦੇ ਨੇ। ਜੇ ਤੁਹਾਨੂੰ ਕਿਸੇ ਨੇ ਚੰਗਾ ਕਹਿ ਦਿੱਤਾ, ਤੁਸੀਂ ਉਹਨੇ ਚੰਗੇ ਦੇ ਯੋਗ ਨਹੀਂ, ਉਹਨੇ ਸਿਰਫ ਤੁਹਾਨੂੰ ਖੁਸ਼ ਕਰਨ ਲਈ ਕਹਿ ਦਿੱਤਾ। ਇਹ ਤੁਹਾਡੇ ਨੁਕਸਾਨ 'ਚ ਚਲੀ ਜਾਏਗੀ ਗੱਲ, ਕਿਉਂਕਿ ਤੁਸੀਂ ਉਹਨੇ ਯੋਗ ਨਹੀਂ ਸੀ, ਪਰ ਉਹਨੇ ਤੁਹਾਨੂੰ ਕਹਿ ਦਿੱਤਾ। ਤੁਸੀਂ ਹੁਣ ਆਪਣੇ ਲਈ ਨਿਸ਼ਚਿੰਤ ਹੋ ਗਏ। ਤੁਸੀਂ ਉਸ ਹਿੱਸੇ ਨੂੰ ਮੁੜ ਕੇ ਤੁਸੀਂ ਸੁਧਾਰਨਾ ਵੀ ਨਹੀਂ ਚਾਹਿਆ। ਤੁਹਾਨੂੰ ਲੱਗਿਆ ਕਿ ਮੈਂ ਤਾਂ ਇਹਦੇ ਵਿੱਚ ਪਰਫੈਕਟ ਹਾਂ। ਤੇ ਜਿਵੇਂ ਹੀ ਤੁਸੀਂ ਉੱਤੇ ਕੰਮ ਕਰਨਾ ਬੰਦ ਕੀਤਾ, ਤੁਸੀਂ ਉਹਦੇ ਉੱਤੇ ਆਪਣੇ ਆਪ ਨੂੰ ਮੈਡੀਟੇਟ ਕਰਨਾ ਬੰਦ ਕੀਤਾ, ਤੁਸੀਂ ਘਟੀ 'ਚ ਚਲੇ ਜਾਓਗੇ। ਲੋਕਾਂ ਦੇ ਵਰਡਸ ਦੇ ਉੱਤੇ ਮੈਡੀਟੇਟ ਕਰਾਂਗੇ ਤਾਂ ਅਸੀਂ ਘਟੀ 'ਚ ਚਲੇ ਜਾਵਾਂਗੇ। ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਨਾ ਤਾਂ ਕਿਸੇ ਦੁੱਖ ਦੇ ਵਿੱਚ ਪੈ ਕੇ ਦੁਖੀ ਹੋ ਜਾਈਏ ਬਹੁਤ ਜ਼ਿਆਦਾ, ਨਾ ਕਿਸੇ ਖੁਸ਼ੀ ਨੂੰ ਸੁਣ ਕੇ ਬਹੁਤ ਜ਼ਿਆਦਾ ਐਕਸਾਈਟਡ ਖੁਸ਼ ਹੋ ਜਾਈਏ। ਅਸੀਂ ਆਤਮਿਕ ਬਣੀਏ। ਬਾਈਬਲ ਕਹਿੰਦੀ ਆਤਮਾ ਦੇ ਚਲਾਏ ਚੱਲਾਂਗੇ ਤਾਂ ਅਸੀਂ ਘਟੀ 'ਚ ਨਹੀਂ ਜਾਵਾਂਗੇ, ਸਰੀਰ ਦੇ ਚਲਾਏ ਚੱਲਾਂਗੇ ਤਾਂ ਅਸੀਂ ਘਟੀ 'ਚ ਚਲੇ ਜਾਵਾਂਗੇ। ਕਿਸੇ ਦੇ ਕੁਝ ਕਹਿਣ ਦੇ ਨਾਲ ਸਾਡੀ ਬਾਡੀ ਤੇ ਕੀ ਇਫੈਕਟ ਪੈਂਦਾ? ਜੇ ਕਿਸੇ ਨੇ ਕਹਿ ਦਿੱਤਾ ਤੁਸੀਂ ਬੜੇ ਚੰਗੇ ਹੋ, ਤੁਸੀਂ ਸਵਰਗਦੂਤ ਹੋ, ਕੀ ਤੁਹਾਡੇ ਫੰਗ ਨਿਕਲ ਆਉਂਦੇ ਨੇ? ਨਹੀਂ। ਜੇ ਕਿਸੇ ਨੇ ਕਿਹਾ ਤੂੰ ਤਾਂ ਸ਼ੈਤਾਨ ਹੈ, ਤੂੰ ਤਾਂ ਗਲਤ ਹੈ, ਕੀ ਤੁਹਾਡੇ ਸਿੰਗ ਨਿਕਲ ਆਉਂਦੇ ਨੇ? ਨਹੀਂ। ਇਹਦਾ ਮਤਲਬ ਉਹ ਸਿਰਫ ਵਰਡਸ ਨੇ। ਜਦ ਤੱਕ ਅਸੀਂ ਉਹਨੂੰ ਰਿਸੀਵ ਨਹੀਂ ਕਰਦੇ, ਜਦ ਤੱਕ ਉਹਨੂੰ ਲੈਂਦੇ ਨਹੀਂ, ਉਹ ਕੁਝ ਨਹੀਂ ਕਰ ਸਕਦੇ। ਜਿਵੇਂ ਹੀ ਅਸੀਂ ਉਹਨਾਂ ਚੀਜ਼ਾਂ 'ਤੇ ਮੈਡੀਟੇਟ ਕਰਦੇ ਹਾਂ, ਜਿਵੇਂ ਹੀ ਅਸੀਂ ਉਹਨਾਂ ਚੀਜ਼ਾਂ ਨੂੰ ਫੜ ਲੈਂਦੇ ਹਾਂ, ਕੜੱਤਣ ਸਾਡੇ ਦਿਲ ਦੇ ਵਿੱਚ ਭਰ ਜਾਂਦੀ ਹੈ। ਇਹ ਕੜੱਤਣ ਪਰਮੇਸ਼ਰ ਦੇ ਰਾਜ ਤੋਂ ਦੂਰ ਕਰ ਦਿੰਦੀ ਹੈ। ਸ਼ਾਉਲ ਨੂੰ ਪਰਮੇਸ਼ਰ ਨੇ ਕਿਹਾ ਕਿ ਭੇਂਟਾਂ ਤੋਂ, ਬਲੀਦਾਨਾਂ ਤੋਂ ਜ਼ਿਆਦਾ ਪਰਮੇਸ਼ਰ ਆਗਿਆਕਾਰਿਤਾ ਤੋਂ ਖੁਸ਼ ਹੁੰਦਾ। ਚੰਗਾ ਹੁੰਦਾ ਕਿ ਤੂੰ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦਾ, ਉਹਦੇ ਕਹੇ ਅਨੁਸਾਰ ਚੱਲਦਾ, ਤੇ ਪਰਮੇਸ਼ਰ ਤੈਨੂੰ ਬਲੈਸ ਕਰਦਾ। ਪਰ ਹੁਣ ਪਰਮੇਸ਼ਰ ਇਹ ਕਹਿੰਦਾ ਮੈਂ ਤੈਨੂੰ ਰਾਜਾ ਬਣਾ ਕੇ ਪਛਤਾਇਆ। ਹਾਲੇਲੂਇਆ। ਅਸੀਂ ਇਸ ਚੀਜ਼ ਨੂੰ ਦੇਖੀਏ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਕਿਸ ਚੀਜ਼ ਨੂੰ ਮੈਡੀਟੇਟ ਕਰ ਰਹੇ ਹਾਂ,
ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਅਸੀਂ ਲੋਕਾਂ ਦੇ ਵਰਡਸ ਨੂੰ ਸੁਣ ਕੇ ਆਪਣੀ ਲਾਈਫ ਨੂੰ ਕੜੱਤਣ ਦੇ ਵਿੱਚ ਲੈ ਕੇ ਜਾ ਚੁੱਕੇ ਹਾਂ, ਅਸੀਂ ਆਪਣੀ ਲਾਈਫ ਨੂੰ ਨੈਗੇਟਿਵਿਟੀ 'ਚ ਲੈ ਕੇ ਜਾ ਚੁੱਕੇ ਹਾਂ ਤੇ ਹੁਣ ਉਹਦੇ ਕਹਿਣ ਦੀ ਵੀ ਲੋੜ ਨਹੀਂ। ਅਸੀਂ ਆਪਣੇ ਆਪ ਤੋਂ ਹੀ ਇੰਨੇ ਜ਼ਿਆਦਾ ਕੌੜੇ ਹੋ ਚੁੱਕੇ ਹਾਂ, ਅੰਦਰੋਂ ਇੰਨੇ ਨੈਗੇਟਿਵ ਹੋ ਚੁੱਕੇ ਹਾਂ ਕਿ ਸਾਡੀ ਲਾਈਫ ਦੇ ਉੱਤੇ ਹਰ ਟਾਈਮ ਉਹ ਵਰਡਸ, ਉਹ ਚੀਜ਼ ਇਫੈਕਟ ਕਰਦੀ ਹੈ। ਹਾਲੇਲੂਇਆ। ਅਸੀਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਅਸੀਂ ਇਸ ਚੀਜ਼ ਚੋਂ ਨਿਕਲ ਸਕਦੇ ਹਾਂ, ਕਿਸ ਤਰ੍ਹਾਂ ਪਰਮੇਸ਼ਰ ਸਾਨੂੰ ਇਹ ਚੋਂ ਕੱਢ ਕੇ ਇੱਕ ਨਵੇਂ ਲੈਵਲ ਦੇ ਉੱਤੇ ਲੈ ਕੇ ਜਾਣਾ ਚਾਹੁੰਦਾ ਹੈ। ਹਾਲੇਲੂਇਆ। ਅਸੀਂ ਸਿੱਖਾਂਗੇ ਪਰਮੇਸ਼ਰ ਦੇ ਕਲਾਮ ਦੇ ਵਿੱਚ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਮੈਂ ਪਾਸਟਰ ਕੁਲਭੂਸ਼ਣ ਜੌਹਰ, ਪ੍ਰੋਗਰਾਮ ਨਵੀਂ ਜ਼ਿੰਦਗੀ ਦੇ ਵੱਲ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਕਰਦਾ। ਅਸੀਂ ਦੇਖ ਰਹੇ ਸੀ ਕਿ ਕਿਸ ਤਰ੍ਹਾਂ ਬਾਈਬਲ ਦੱਸਦੀ ਹੈ ਕਿ ਅਸੀਂ ਲੋਕਾਂ ਦੇ ਡਿਸੀਜ਼ਨਸ ਨੂੰ ਸੁਣ ਕੇ, ਲੋਕਾਂ ਦੇ ਵਰਡਸ ਨੂੰ ਸੁਣ ਕੇ ਕਿਸ ਤਰ੍ਹਾਂ ਆਪਣੀ ਲਾਈਫ ਦੇ ਉੱਤੇ ਉਸ ਇਫੈਕਟ ਨੂੰ ਦੇਖਦੇ ਹਾਂ। ਅਸੀਂ ਸਰੀਰ ਦੇ ਵਿੱਚ ਚੱਲਦੇ ਹਾਂ, ਸਰੀਰਕ ਚੀਜ਼ਾਂ ਦੇ ਉੱਤੇ ਮੈਡੀਟੇਟ ਕਰਦੇ ਹਾਂ ਤੇ ਆਪਣੀ ਸਪਿਰਿਟ ਨੂੰ ਡਿਸਟਰਬ ਕਰ ਲੈਂਦੇ ਹਾਂ। ਕਿਸੇ ਦੇ ਕਹੇ ਹੋਏ ਮਾੜੇ ਵਰਡਸ ਅਸੀਂ ਇਸ ਤਰ੍ਹਾਂ ਉਹਨੂੰ ਲੈਂਦੇ ਹਾਂ ਕਿ ਸਾਡੀ ਜ਼ਿੰਦਗੀ 'ਚੋਂ ਠਹਿਰ ਜਾਂਦੇ ਨੇ, ਅਸੀਂ ਉਹਦੇ ਪ੍ਰਤੀ ਕੜੱਤਣ ਰੱਖਦੇ ਹਾਂ। ਪਰ ਬਾਈਬਲ ਇੱਦਾਂ ਨਹੀਂ ਕਹਿੰਦੀ। ਬਾਈਬਲ ਕਹਿੰਦੀ ਆਤਮਿਕ ਬਣੋ, ਪਵਿੱਤਰ ਬਣੋ, ਕਿਉਂਕਿ ਤੁਹਾਡਾ ਬਣਾਉਣ ਵਾਲਾ ਪਵਿੱਤਰ ਹੈ। ਹਾਲੇਲੂਇਆ। ਅਸੀਂ ਉਸ ਚੀਜ਼ ਦੀ ਚਿੰਤਾ ਕਰਦੇ ਹਾਂ ਜਿਹਦੀ ਚਿੰਤਾ ਕਰਕੇ ਨਾ ਤਾਂ ਕੁਝ ਵਧਾ ਸਕਦੇ ਹਾਂ, ਨਾ ਘਟਾ ਸਕਦੇ ਹਾਂ, ਨਾ ਕੁਝ ਚੰਗਾ ਕਰ ਸਕਦੇ, ਨਾ ਮਾੜਾ ਕਰ ਸਕਦੇ ਹਾਂ। ਪਰ ਬਾਈਬਲ ਕਹਿੰਦੀ ਕਿ ਸਾਨੂੰ ਕਿਸ ਚੀਜ਼ ਦੀ ਚਿੰਤਾ ਕਰਨੀ ਚਾਹੀਦੀ ਹੈ। ਬਾਈਬਲ ਇਸ ਬਾਰੇ ਦੱਸਦੀ ਹੈ, ਪਰ ਅਸੀਂ ਉਹਦੇ ਬਾਰੇ ਬਿਲਕੁਲ ਨਹੀਂ ਸੋਚਦੇ, ਅਸੀਂ ਕੇਅਰ ਵੀ ਨਹੀਂ ਕਰਦੇ, ਅਸੀਂ ਚਿੰਤਾ ਨਹੀਂ ਕਰਦੇ। ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਚੀਜ਼ ਬਾਰੇ ਸਾਨੂੰ ਸੋਚਣਾ ਚਾਹੀਦਾ, ਸਾਨੂੰ ਮੈਡੀਟੇਟ ਕਰਨਾ ਚਾਹੀਦਾ। ਅਸੀਂ ਦੇਖਾਂਗੇ ਲੂਕਾ ਰਚਿਤ ਸੁਸਮਾਚਾਰ ਉਹਦਾ 12 ਅਧਿਆਇ ਉਹਦੀ 4 ਆਇਤ ਤੋਂ ਮੈਂ ਤੁਹਾਡੇ ਲਈ ਪੜਾਂਗਾ। ਇੱਥੇ ਪ੍ਰਭੂ ਯਿਸੂ ਮਸੀਹ ਨੇ ਕਿਹਾ, ਮੇਰੇ ਮਿੱਤਰੋ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਹਨਾਂ ਤੋਂ ਨਾ ਡਰੋ ਜੋ ਕੇਵਲ ਸਰੀਰ ਨੂੰ ਹੀ ਮਾਰ ਸਕਦੇ ਹਨ, ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਕਰ ਸਕਦੇ। ਮੈਂ ਤੁਹਾਨੂੰ ਦੱਸਦਾ ਹਾਂ ਤੁਹਾਨੂੰ ਕਿਸ ਤੋਂ ਡਰਨਾ ਚਾਹੀਦਾ ਹੈ। ਪਰਮੇਸ਼ਵਰ ਕੋਲੋਂ ਡਰੋ, ਉਹ ਤੁਹਾਨੂੰ ਮਾਰ ਵੀ ਸਕਦਾ ਹੈ ਅਤੇ ਇਸ ਤੋਂ ਪਿੱਛੋਂ ਨਰਕ ਵਿੱਚ ਵੀ ਸੁੱਟ ਸਕਦਾ ਹੈ। ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਪਰਮੇਸ਼ਵਰ ਤੋਂ ਡਰੋ। ਹਾਲੇਲੂਇਆ। ਅਸੀਂ ਲੋਕਾਂ ਦੇ ਵਰਡਸ ਤੋਂ ਡਰਦੇ ਹਾਂ। ਪਤਾ ਨਹੀਂ ਮੇਰੇ ਬਾਰੇ ਚੰਗਾ ਨਾ ਬੋਲ ਦੇਵੇ, ਮਾੜਾ ਨਾ ਬੋਲ ਦੇਵੇ, ਮੈਨੂੰ ਗਲਤ ਨਾ ਕਹਿ ਦੇਵੇ, ਮੈਨੂੰ ਇੱਦਾਂ ਨਾ ਕਹਿ ਦੇ। ਲੋਕਾਂ ਦੇ ਵਰਡਸ ਸਾਡੀ ਲਾਈਫ 'ਚ ਇੰਨੀ ਇੰਪੋਰਟੈਂਸ ਰੱਖਦੇ ਨੇ, ਅਸੀਂ ਆਪਣੇ ਆਪ ਨੂੰ ਉਹਦੇ 'ਤੇ ਹੀ ਮੈਡੀਟੇਟ ਕਰਦੇ ਰਹਿੰਦੇ ਹਾਂ, ਉਹਦੇ ਵਿੱਚ ਹੀ ਅਸੀਂ ਖੁੱਭੇ ਰਹਿੰਦੇ ਹਾਂ। ਇਹਨੇ ਮੇਰੇ ਬਾਰੇ ਇਸ ਤਰ੍ਹਾਂ ਕਿਉਂ ਕਹਿ ਦਿੱਤਾ, ਇਹਨੇ ਮੈਨੂੰ ਇੱਦਾਂ ਕਿਉਂ ਕਹਿ ਦਿੱਤਾ, ਇਹਨੇ ਮੈਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀਗਾ, ਇਹ ਖੁਦ ਇਸ ਤਰ੍ਹਾਂ ਦਾ। ਅਸੀਂ ਉਸ ਵਰਡਸ ਨੂੰ ਸੁਣ ਕੇ ਲੈ ਕੇ ਇੰਨਾ ਮੈਡੀਟੇਟ ਕਰਦੇ ਹਾਂ, ਸਾਡੀ ਲਾਈਫ 'ਤੇ ਉਹ ਮਹੀਨਿਆਂ, ਸਾਲਾਂ ਤੱਕ ਉਹ ਇਫੈਕਟ ਕਰਦੀ ਹੈ। ਇਹ ਕਰ ਕਰਕੇ, ਸੋਚ ਕੇ, ਮੈਡੀਟੇਟ ਕਰ ਕਰਕੇ ਅਸੀਂ ਆਪਣੀ ਸਪਿਰਿਟ ਨੂੰ ਡਿਸਟਰਬ ਕਰ ਲੈਂਦੇ ਹਾਂ। ਯਿਸੂ ਮਸੀਹ ਨੇ ਕਿਹਾ ਕਿ ਉਸ ਵਰਡਸ ਤੋਂ, ਉਹਨਾਂ ਲੋਕਾਂ ਤੋਂ ਨਾ ਡਰੋ ਜੋ ਇਦਾਂ ਕਰਦੇ ਨੇ। ਇਹਦਾ ਮਤਲਬ ਉਹਨਾਂ ਤੇ ਮੈਡੀਟੇਟ ਨਾ ਕਰੋ, ਪਰ ਉਸ ਤੋਂ ਡਰੋ ਜੋ ਤੁਹਾਡੀ ਆਤਮਾ ਤੇ ਸਰੀਰ ਦੋਨਾਂ ਨੂੰ ਨਰਕ ਦੇ ਵਿੱਚ ਸੁੱਟ ਸਕਦਾ। ਇਹਦਾ ਮਤਲਬ ਸਾਨੂੰ ਸਰੀਰਕ ਚੀਜ਼ਾਂ ਤੋਂ ਜ਼ਿਆਦਾ ਸਾਨੂੰ ਆਤਮਿਕ ਚੀਜ਼ਾਂ ਵੱਲ ਸੋਚਣਾ ਚਾਹੀਦਾ। ਸਾਨੂੰ ਇਸ ਚੀਜ਼ ਦੇ ਉੱਤੇ ਮੈਡੀਟੇਟ ਕਰਨਾ ਚਾਹੀਦਾ ਕਿ ਮੈਂ ਆਪਣੀ ਇਸ ਲਾਈਫ ਤੋਂ ਬਾਅਦ ਕਿੱਥੇ ਜਾ ਰਿਹਾ, ਕੀ ਮੈਂ ਸਵਰਗ ਜਾ ਰਿਹਾ, ਕੀ ਮੈਂ ਨਰਕ ਜਾ ਰਿਹਾ, ਮੈਂ ਉਹਦੇ ਬਾਰੇ ਕੀ ਕਰਾਂ ਕਿ ਮੈਂ ਆਪਣਾ ਅੱਗਾ ਸੁਧਾਰ ਲਵਾਂ। ਲੋਕੀ ਕਹਿੰਦੇ ਮਰਨ ਤੋਂ ਬਾਅਦ ਇਹਦੀ ਮੁਕਤੀ ਕਰਵਾਓ। ਬਾਈਬਲ ਕਹਿੰਦੀ ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਹੈ, ਮੁਕਤੀ ਜਿਉਂਦੇ ਜੀ ਹੈ। ਜਦ ਤੱਕ ਤੁਸੀਂ ਸਰੀਰ 'ਚ ਜਿਉਂਦੇ ਹੋ, ਆਪਣੇ ਆਪ ਨੂੰ ਮੁਕਤ ਕਰੋ ਇਹਨਾਂ ਸਾਰੀਆਂ ਚੀਜ਼ਾਂ ਤੋਂ। ਪ੍ਰਭੂ ਯਿਸੂ ਮਸੀਹ ਕਹਿੰਦਾ ਰਾਹ, ਸੱਚਾਈ, ਜ਼ਿੰਦਗੀ ਮੈਂ ਆ, ਬਿਨਾਂ ਮੇਰੇ ਕੋਈ ਪਿਤਾ ਕੋ ਨਹੀਂ ਜਾ ਸਕਦਾ। ਜੇ ਤੂੰ ਸਵਰਗ ਦਾ ਅਧਿਕਾਰੀ ਹੋਣਾ ਚਾਹੁੰਦਾ, ਦਰਵਾਜ਼ਾ ਮੈਂ ਆ, ਤੈਨੂੰ ਮੇਰੇ ਵਿੱਚੋਂ ਦੀ ਹੋ ਕੇ ਜਾਣਾ ਪਏਗਾ। ਕੀ ਅੱਜ ਅਸੀਂ ਆਪਣਾ ਅੱਗਾ ਸੁਧਾਰਨ ਵਾਸਤੇ ਉਸ ਪਰਮੇਸ਼ਵਰ ਦਾ ਡਰ ਮੰਨਦੇ ਹਾਂ, ਜਾਂ ਇਸ ਵਰਡਲੀ ਚੀਜ਼ਾਂ ਉੱਤੇ ਹੀ ਮੈਡੀਟੇਟ ਕਰਕੇ ਇਹਨਾਂ ਚੀਜ਼ਾਂ ਨੂੰ ਹੀ ਅਸੀਂ ਸੋਚਦੇ ਰਹਿੰਦੇ ਹਾਂ। ਬਾਈਬਲ ਕਹਿੰਦੀ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਮੈਡੀਟੇਟ ਕਰਾਂਗੇ, ਅਸੀਂ ਕੜੱਤਣ ਨਾਲ ਭਰ ਜਾਵਾਂਗੇ। ਅਸੀਂ ਆਪਣੇ ਅੱਗੇ ਆਉਣ ਵਾਲੀ ਲਾਈਫ ਨੂੰ ਅਸੀਂ ਕਦੇ ਇੰਜੋਏ ਨਹੀਂ ਕਰ ਸਕਾਂਗੇ। ਹਾਲੇਲੂਇਆ।
ਇਹ ਸਾਡੇ ਉੱਤੇ ਹੈ, ਅਸੀਂ ਕੀ ਕਰ ਰਹੇ ਹਾਂ ਜਾਂ ਸਾਨੂੰ ਕੀ ਕਰਨਾ ਚਾਹੀਦਾ। ਇਹ ਪਰਮੇਸ਼ਰ ਉੱਤੇ ਨਹੀਂ ਹੈ। ਸਾਨੂੰ ਇਹ ਦੇਖਣਾ ਪਏਗਾ ਕਿ ਅਸੀਂ ਕਿਸ ਚੀਜ਼ ਨੂੰ ਮੈਡੀਟੇਟ ਕਰਦੇ ਹਾਂ। ਮੈਂ ਤੁਹਾਨੂੰ ਪੜ੍ਹਾਇਆ ਕਿ ਪੌਲੂਸ ਨੇ ਇਸ ਗੱਲ ਨੂੰ ਦੱਸਿਆ ਕਿ ਅਸੀਂ ਉਹ ਚੀਜ਼ ਕਰਨਾ ਚਾਹੁੰਦੇ ਹਾਂ ਜੋ ਸਹੀ ਆ, ਪਰ ਸਾਡੇ ਕੋਲ ਹੋ ਨਹੀਂ ਪਾਉਂਦੀ। ਪਰ ਜੋ ਅਸੀਂ ਕਰਨਾ ਨਹੀਂ ਚਾਹੁੰਦੇ ਉਹ ਸਾਡੇ ਕੋਲੋਂ ਹੋ ਜਾਂਦੀ ਹੈ। ਵਜ੍ਹਾ ਕੀ? ਅਸੀਂ ਮੈਡੀਟੇਟ ਕਰਦੇ ਹਾਂ ਉਹਨਾਂ ਚੀਜ਼ਾਂ ਨੂੰ। ਜੇ ਦੋ ਬੰਦੇ ਬੈਠੇ ਕਿਸੇ ਲਈ ਚੁਗਲੀ ਕਰ ਰਹੇ ਆ, ਅਸੀਂ ਉਹ 'ਚੋਂ ਛੁੱਟ ਸਕਦੇ ਹਾਂ, ਅਸੀਂ ਉੱਥੇ ਇਨਵੋਲਵ ਨਾ ਹੋਈਏ। ਪਰ ਅਸੀਂ ਜਦੋਂ ਸੁਣ ਕੇ ਮੈਡੀਟੇਟ ਕਰਦੇ ਹਾਂ, ਅਸੀਂ ਉਹ 'ਚ ਇਨਵੋਲਵ ਹੋ ਜਾਂਦੇ ਹਾਂ। ਜਦੋਂ ਕਿਸੇ ਨੂੰ ਪਤਾ ਚੱਲਦਾ ਤਾਂ ਉਹ ਇਹ ਨਹੀਂ ਸੁਣਦਾ ਕਿ ਅਸੀਂ ਉੱਥੇ ਕੁਝ ਕਿਹਾ ਜਾਂ ਨਹੀਂ ਕਿਹਾ, ਉਹ ਸਾਰਿਆਂ ਦੇ ਪ੍ਰਤੀ ਕੁੜੱਤਣ ਰੱਖਦਾ, ਗਲਤ ਸੋਚਦਾ। ਫਿਰ ਸਾਨੂੰ ਲੱਗਦਾ ਮੈਂ ਤਾਂ ਕੁਝ ਕਿਹਾ ਨਹੀਂ, ਮੈਨੂੰ ਕਿਉਂ ਕਿਹਾ, ਅਸੀਂ ਹੋਰ ਕੁੜੱਤਣ ਰੱਖਦੇ ਹਾਂ। ਇਹਦੇ ਪਿੱਛੇ ਇਹਦੀ ਰੂਟ ਕੀ? ਕਿ ਅਸੀਂ ਸਰੀਰਕ ਚੀਜ਼ਾਂ ਦੇ ਵੱਲ ਮਨ ਲਗਾਇਆ, ਅਸੀਂ ਸਪਿਰਿਟ ਵੱਲ ਮਨ ਨਹੀਂ ਲਗਾਇਆ। ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਸ਼ਾਊਲ, ਜੋ ਸਰੀਰ ਦੇ ਸਿਰਫ ਇੱਕ ਫਲ ਨੂੰ ਦੇਖ ਕੇ ਕਿ ਮੈਂ ਰਾਜਾ, ਲੋਕੀ ਮੇਰੇ ਬਾਰੇ ਨੈਗੇਟਿਵ ਨਾ ਸੋਚਣ, ਉਹਨੇ ਪਰਮੇਸ਼ਰ ਤੋਂ ਮਾਫੀ ਵੀ ਨਹੀਂ ਮੰਗੀ। ਉਹਨੇ ਕਿਹਾ ਕਿ ਠੀਕ ਹੈ, ਤੂੰ ਮੇਰੇ ਨਾਲ ਚੱਲ, ਮੇਰੇ ਲੋਕਾਂ ਦੇ ਮੂਹਰੇ ਕੁਛ ਨਾ ਕਹੀਂ। ਪਰ ਦਾਊਦ ਨੇ ਜਦੋਂ ਪਾਪ ਕੀਤਾ, ਉਹ ਰੋਇਆ ਪਰਮੇਸ਼ਰ ਅੱਗੇ। ਉਹ ਕਹਿੰਦਾ, ਪਰਮੇਸ਼ਰ ਮੈਂ ਗਲਤੀ ਕੀਤੀ, ਮੈਨੂੰ ਮਾਫ ਕਰ, ਆਪਣਾ ਪਵਿੱਤਰ ਆਤਮਾ ਮੇਰੇ ਤੋਂ ਅਲੱਗ ਨਾ ਕਰ। ਤੇ ਪਰਮੇਸ਼ਰ ਨੇ ਉਹਨੂੰ ਮਾਫ ਕੀਤਾ। ਉਹਦੀ ਲਾਈਫ ਦੇ ਵਿੱਚ ਉਹਦੇ ਇਫੈਕਟ ਤਾਂ ਰਹੇ, ਪਰ ਪਰਮੇਸ਼ਰ ਨੇ ਉਹਨੂੰ ਮਾਫ ਕੀਤਾ। ਅੱਜ ਅਸੀਂ ਕੀ ਸਪਿਰਿਚੁਅਲ ਲੋਕ ਹਾਂ ਕਿ ਸਪਿਰਿਟ ਦੀਆਂ ਗੱਲਾਂ ਦੇ ਉੱਤੇ ਅਸੀਂ ਸੋਚਦੇ ਹਾਂ ਕਿ ਅਸੀਂ ਸਰੀਰਕ ਲੋਕ ਹਾਂ। ਬਾਈਬਲ ਕਹਿੰਦੀ ਸਰੀਰਕ ਵਿਅਕਤੀ ਸਰੀਰ ਦੀਆਂ ਗੱਲਾਂ ਉੱਤੇ ਹੀ ਮੈਡੀਟੇਟ ਕਰੇਗਾ, ਪਰ ਆਤਮਿਕ ਵਿਅਕਤੀ ਆਤਮਿਕ ਗੱਲਾਂ ਦੇ ਉੱਤੇ ਮੈਡੀਟੇਟ ਕਰੇਗਾ। ਅੱਜ ਵਰਲਡ ਦੇ ਹਾਲਾਤ ਕੀ ਨੇ, ਅੱਜ ਇਸ ਸੰਸਾਰ 'ਚ ਕੀ ਚੱਲ ਰਿਹਾ, ਜੇ ਅਸੀਂ ਸਰੀਰਕ ਹਾਂ ਅਸੀਂ ਉਹਨਾਂ ਚੀਜ਼ਾਂ 'ਤੇ ਮੈਡੀਟੇਟ ਕਰਾਂਗੇ। ਤੁਹਾਨੂੰ ਥੋੜ੍ਹੀ ਜਿਹੀ ਖਾਂਸੀ ਹੋ ਜਾਏ, ਥੋੜ੍ਹਾ ਜਿਹਾ ਖੰਘੇ, ਤੁਹਾਡੇ ਮਾਈਂਡ ਜਦੋਂ ਜਾਏਗਾ, ਪਤਾ ਨਹੀਂ ਮੈਨੂੰ ਕਰੋਨਾ ਤਾਂ ਨਹੀਂ ਹੋ ਗਿਆ, ਥੋੜ੍ਹਾ ਜਿਹਾ ਜ਼ੁਕਾਮ ਹੋਇਆ, ਪਤਾ ਨਹੀਂ ਮੈਨੂੰ ਆਹ ਬਿਮਾਰੀ ਤਾਂ ਨਹੀਂ ਹੋ ਗਈ। ਕਿਉਂ? ਅਸੀਂ ਸਰੀਰਕ ਹਾਂ, ਅਸੀਂ ਦੇਖਦੇ ਹਾਂ ਲੋਕਾਂ ਨੂੰ ਇਸ ਤਰ੍ਹਾਂ ਹੋਇਆ ਤਾਂ ਇਦਾਂ ਹੋ ਗਿਆ। ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸੁਣਦੇ ਹਾਂ, ਸੋਚਦੇ ਹਾਂ, ਉਹਨਾਂ ਚੀਜ਼ਾਂ 'ਤੇ ਮੈਡੀਟੇਟ ਕਰਦੇ ਹਾਂ, ਜਦੋਂ ਉੱਤੇ ਮੈਡੀਟੇਟ ਕਰਦੇ ਹਾਂ, ਉਹ ਚੀਜ਼ ਨਾ ਚਾਹੁੰਦੇ ਹੋਏ ਵੀ ਸਾਡੀ ਲਾਈਫ ਦੇ ਵਿੱਚ ਐਂਟਰ ਕਰ ਜਾਂਦੀ ਹੈ। ਪਰ ਜੇ ਅਸੀਂ ਸਪਿਰਿਚੁਅਲ ਹਾਂ, ਚਾਹੇ ਅਸੀਂ ਕਿੰਨੇ ਵੀ ਬਿਮਾਰ ਕਿਉਂ ਨਾ ਹੋਈਏ, ਅਸੀਂ ਵਚਨ 'ਚ ਜਾਵਾਂਗੇ। ਵਚਨ ਕਹਿੰਦਾ, ਤੇਰੇ ਕੋੜੇ ਖਾਣ ਨਾਲ ਮੈਂ ਚੰਗਾ ਹੋ ਚੁੱਕਿਆ, ਤੇਰੇ ਪਾਸੇ 1000, ਤੇਰੇ ਸੱਜੇ ਹੱਥ 10,000 ਗਿਰਨਗੇ, ਉਹ ਤੇਰੇ ਕੋਲ ਨਹੀਂ ਆਏਗਾ। ਉਹ ਆਪਣੇ ਸਵਰਗਦੂਤਾਂ ਨੂੰ ਆਗਿਆ ਦੇਵੇਗਾ ਕਿ ਤੈਨੂੰ ਉਹ ਆਪਣੇ ਹੱਥਾਂ ਦੇ ਉੱਤੇ ਚੱਕ ਲੈਣ, ਤਾਂ ਕਿ ਪੱਥਰ ਨਾ ਤੇਰੇ ਪੈਰ ਨੂੰ ਠੇਸ ਨਾ ਲੱਗੇ। ਬਾਈਬਲ ਕਹਿੰਦੀ ਤੂੰ ਬਚ, ਤੇਰਾ ਘਰਾਣਾ ਬਚਾਇਆ ਜਾਏਗਾ। ਅੱਜ ਸਾਨੂੰ ਚਿੰਤਾ, ਸਾਨੂੰ ਹਰ ਚੀਜ਼ ਦੀ ਚਿੰਤਾ, ਪਰ ਅਸੀਂ ਪਰਮੇਸ਼ਰ ਨਾਲ ਟਾਈਮ ਸਪੈਂਡ ਨਹੀਂ ਕਰਦੇ। ਕਿਉਂ? ਕਿਉਂਕਿ ਅਸੀਂ ਸਰੀਰਕ ਹਾਂ, ਵਰਲਡਲੀ ਚੀਜ਼ਾਂ ਦੇ ਉੱਤੇ ਅਸੀਂ ਮੈਡੀਟੇਟ ਕਰਦੇ ਹਾਂ। ਅੱਜ ਕੋਈ ਵੀ ਜਨ ਅਜਿਹਾ ਨਹੀਂ ਹੈ, ਖਾਸ ਕਰ ਇਸ ਦੇਸ਼ ਦੇ ਵਿੱਚ, ਜਿਹਦੇ ਕੋਲੇ ਆਪਣੇ ਐਕਸਪੈਂਸ ਤੋਂ ਵੱਧ ਨਾ ਹੋਵੇ, ਪਰ ਫਿਰ ਵੀ ਉਹਨੂੰ ਚਿੰਤਾ। ਮਹਿੰਗਾਈ ਵੱਧ ਰਹੀ ਹੈ, ਚੀਜ਼ਾਂ ਉਲਟ ਪੁਲਟ ਹੋ ਰਹੀਆਂ, ਅਸੀਂ ਕੀ ਕਰਾਂਗੇ? ਯਾਦ ਰੱਖੋ, ਤੁਹਾਡੇ ਤੋਂ ਲੋਕਾਂ ਨਾਲੋਂ ਬਹੁਤ ਜ਼ਿਆਦਾ, ਬਹੁਤ ਸਾਰੇ ਲੋਕ ਤੁਹਾਡੀ ਲਾਈਫ ਨੂੰ ਜੀਣ ਦੀ ਖੁਆਇਸ਼ ਰੱਖਦੇ ਆ, ਪਰ ਉਹ ਨਹੀਂ ਜੀ ਪਾਉਂਦੇ। ਇਸ ਦੇ ਉਲਟ ਜੇ ਅਸੀਂ ਪਰਮੇਸ਼ਰ ਦਾ ਧੰਨਵਾਦ ਕਰੀਏ, ਸਪਿਰਿਚੁਅਲੀ ਸੋਚੀਏ ਤੇ ਕਹੀਏ, ਪਰਮੇਸ਼ਰ ਤੂੰ ਹੈ ਜੋ ਸਾਨੂੰ ਆਤਮਾ ਤੇ ਸਰੀਰ ਦੋਨਾਂ ਨੂੰ ਘਾਤ ਵੀ ਕਰ ਸਕਦਾ ਤੇ ਬਚਾ ਵੀ ਸਕਦਾ। ਅਸੀਂ ਤੇਰੇ ਅੱਗੇ ਆਉਂਦੇ ਹਾਂ, ਅਸੀਂ ਤੇਰੇ ਅੱਗੇ ਆਪਣੀ ਚਿੰਤਾ ਨੂੰ ਰੱਖਦੇ ਹਾਂ, ਅਸੀਂ ਤੈਨੂੰ ਮੈਡੀਟੇਟ ਕਰਦੇ ਹਾਂ, ਅਸੀਂ ਵਚਨਾਂ ਨੂੰ ਮੈਡੀਟੇਟ ਕਰਦੇ ਹਾਂ। ਜਦੋਂ ਅਸੀਂ ਇੱਦਾਂ ਕਰਾਂਗੇ, ਉਹ ਚੀਜ਼ਾਂ ਨੂੰ ਚੇਂਜ ਕਰ ਦੇਗਾ। ਉਹ ਤੁਹਾਡੇ ਖਰਚਿਆਂ ਨੂੰ ਘਟਾ ਦੇਗਾ ਜਾਂ ਤੁਹਾਡੀ ਇਨਕਮ ਨੂੰ ਵਧਾ ਦੇਗਾ। ਉਹ ਤੁਹਾਨੂੰ ਟਰਬਲ 'ਚ ਨਹੀਂ ਰੱਖੇਗਾ। ਤੁਹਾਡੇ 'ਚੋਂ ਕੌਣ ਅਜਿਹਾ ਮਾਂ ਜਾਂ ਬਾਪ ਹੈ ਜਿਹਨੇ ਆਪਣੇ ਬੱਚਿਆਂ ਨੂੰ ਇਸ ਲਈ ਪੈਦਾ ਕੀਤਾ ਤਾਂ ਕਿ ਉਹ ਵੱਡਾ ਹੋਵੇ ਤੇ ਉਹ ਸਟਰਗਲ ਕਰੇ? ਕੀ ਕੋਈ ਅਜਿਹਾ ਹੈ ਜਿਹਨੇ ਆਪਣੇ ਬੱਚਿਆਂ ਨੂੰ ਇਸ ਲਈ ਪੈਦਾ ਕੀਤਾ ਹੋਵੇ ਕਿ ਮੇਰੇ ਬੱਚੇ ਵੱਡੇ ਹੋਣ ਤੇ ਬਹੁਤ ਵੱਡੀ ਸਟਰਗਲ 'ਚ ਚਲੇ ਜਾਣ? ਕੋਈ ਵੀ ਅਜਿਹਾ ਨਹੀਂ ਹੋਏਗਾ। ਬਾਈਬਲ ਕਹਿੰਦੀ, ਪ੍ਰਭੂ ਯਿਸੂ ਮਸੀਹ ਨੇ ਕਿਹਾ, ਜੇ ਤੁਸੀਂ ਮਾੜੇ ਮਾਂ-ਬਾਪ ਹੋ ਕੇ, ਮਾੜੇ ਮਤਲਬ ਤੁਸੀਂ ਸੰਸਾਰਿਕ ਚੀਜ਼ ਤੋਂ ਵੱਧ ਕੇ ਕੁਝ ਨਹੀਂ ਦੇ ਸਕਦੇ, ਜੇ ਤੁਸੀਂ ਮਾੜੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣਾ ਚਾਹੁੰਦੇ ਹੋ, ਤੁਹਾਡਾ ਸਵਰਗੀ ਪਿਤਾ ਆਪਣੇ ਮੰਗਲ ਵਾਲੇ ਨੂੰ, ਆਪਣੇ ਤੋਂ ਜੋ ਉਹ ਤੋਂ ਅਸੀਂ ਮੰਗਦੇ ਹਾਂ, ਆਪਣੇ ਤੋਂ ਮੰਗਣ ਵਾਲੇ ਨੂੰ ਉਹ ਚੰਗੀ ਚੀਜ਼, ਮਤਲਬ ਉਹ ਪਵਿੱਤਰ ਆਤਮਾ, ਉਹ ਸਪਿਰਿਚੁਅਲ ਲਾਈਫ ਕਿਉਂ ਨਹੀਂ ਦੇਗਾ? ਹਾਲੇਲੂਇਆ। ਅਸੀਂ ਉਸ ਲੈਵਲ ਤੇ ਜਾਂਦੇ ਹੀ ਨਹੀਂ। ਅਸੀਂ ਸਿਰਫ ਲੋਕਾਂ ਦੇ ਵਰਡਸ ਦੇ ਉੱਤੇ ਮੈਡੀਟੇਟ ਕਰਦੇ ਹਾਂ। ਅਸੀਂ ਸਿਰਫ ਇਸ ਚੀਜ਼ ਨੂੰ ਸੋਚਦੇ ਹਾਂ, ਉਹਨੇ ਮੇਰੇ ਬਾਰੇ ਇਦਾਂ ਕਿਉਂ ਕਿਹਾ, ਉਹਨੇ ਮੈਨੂੰ ਇਸ ਚੀਜ਼ 'ਚ ਕਿਉਂ ਇਨਵੋਲਵ ਕੀਤਾ, ਮੈਂ ਤਾਂ ਇਸ ਤਰ੍ਹਾਂ ਕੀਤਾ ਨਹੀਂ ਸੀ, ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਸੀ। ਫਿਰ ਅਸੀਂ ਕੜੱਤਣ ਨਾਲ ਭਰ ਕੇ ਅਸੀਂ ਜਦੋਂ ਉਹਦੇ ਨਾਲ ਗੱਲ ਕਰਦੇ ਹਾਂ, ਅਸੀਂ ਫਟਦੇ ਹਾਂ ਉਹਦੇ ਉੱਤੇ, ਅਸੀਂ ਉਹਦੇ ਤੋਂ ਵੀ ਜ਼ਿਆਦਾ ਹੋਰ ਹੈਵੀ ਅਟੈਕ ਕਰਦੇ ਹਾਂ ਤੇ ਅਸੀਂ ਉਹਦੀ ਆਤਮਾ ਨੂੰ ਇੰਨਾ ਹਰਟ ਕਰ ਦਿੰਦੇ ਹਾਂ ਕਿ ਦੁਬਾਰਾ ਕਦੇ ਉਹ ਸਾਡੇ ਨਾਲ ਗੱਲ ਕਰਨਾ ਵੀ ਚੰਗਾ ਨਹੀਂ ਸਮਝਦਾ।
ਇਹ ਕਿਉਂ ਹੁੰਦਾ? ਯਾਦ ਰੱਖੋ, ਇਹ ਕੋਈ ਇਨਸਾਨ ਦਾ ਕੰਮ ਨਹੀਂ, ਇਹ ਆਤਮਾ ਤੇ ਸਰੀਰ ਇਹਦੇ ਵਿਚਕਾਰ ਲਈ ਇੱਕ ਵਾਰ ਹੈ, ਇੱਕ ਯੁੱਧ ਹੈ। ਜੇ ਤੁਸੀਂ ਆਤਮਿਕ ਹੋਵੋਗੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝ ਜਾਓਗੇ, ਪਰ ਜੇ ਤੁਸੀਂ ਸਰੀਰ 'ਚ ਫਸੇ ਰਹੋਗੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਦੇ ਸਮਝ ਨਹੀਂ ਸਕੋਗੇ। ਇਸੇ ਲਈ ਬਾਈਬਲ ਕਹਿੰਦੀ ਹੈ ਕਿ ਸਰੀਰ ਆਤਮਾ ਦੇ ਤੇ ਆਤਮਾ ਸਰੀਰ ਦੇ ਵਿਰੋਧ ਦੇ ਵਿੱਚ ਹਮੇਸ਼ਾ ਕੰਮ ਕਰਦੇ ਰਹਿੰਦੇ ਨੇ। ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ, ਉਹਦੇ ਤੋਂ ਨਾ ਡਰੋ ਜੋ ਤੁਹਾਡੇ ਸਰੀਰ ਨੂੰ ਘਾਤ ਕਰ ਸਕਦਾ, ਪਰ ਉਹਦੇ ਤੋਂ ਡਰੋ ਜੋ ਤੁਹਾਡੇ ਸਰੀਰ ਤੇ ਆਤਮਾ ਦੋਨਾਂ ਨੂੰ ਘਾਤ ਕਰ ਸਕਦਾ। ਅੱਜ ਅਸੀਂ ਚਿੰਤਾ ਕਰਦੇ ਹਾਂ ਸਾਡੀ ਜੋ ਫਿਜ਼ੀਕਲ ਲਾਈਫ ਹੈ, ਸਾਡੀ ਜੋ ਦੁਨਿਆਵੀ ਜ਼ਿੰਦਗੀ ਆ, ਉਹਦਾ ਕੀ ਹੋਏਗਾ, ਅਸੀਂ ਉਹਦੀ ਚਿੰਤਾ ਕਰਦੇ ਹਾਂ। ਦੈਟਸ ਇਟ, ਹੋਰ ਕੋਈ ਚਿੰਤਾ ਨਹੀਂ। ਪਰ ਯਿਸੂ ਮਸੀਹ ਨੇ ਕਿਹਾ, ਇਸ ਗੱਲ ਦੀ ਚਿੰਤਾ ਕਰੋ ਕਿ ਕੀ ਤੁਸੀਂ ਸਵਰਗ 'ਚ ਜਾ ਰਹੇ ਹੋ ਜਾਂ ਨਹੀਂ, ਕਿ ਤੁਸੀਂ ਆਪਣੀ ਆਤਮਾ ਨੂੰ ਹਮੇਸ਼ਾ ਦੇ ਲਈ ਸਵਰਗ ਦੇ ਵਿੱਚ ਲੈ ਕੇ ਜਾ ਰਹੇ ਹੋ ਜਾਂ ਹਮੇਸ਼ਾ ਦੀ ਨਰਕ ਦੀ ਉਸ ਅੱਗ ਦੀ ਝੀਲ ਦੇ ਵਿੱਚ ਲੈ ਕੇ ਜਾ ਰਹੇ ਹੋ। ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਸਿਰਫ ਤੁਹਾਡੀ ਆਤਮਾ ਹੀ ਸਵਰਗ ਦੇ ਵਿੱਚ ਹੋਏਗੀ ਜਾਂ ਨਰਕ ਦੇ ਵਿੱਚ ਹੋਏਗੀ। ਪਤਰਸ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਲਏ ਹਾਂ, ਸਾਨੂੰ ਕੀ ਮਿਲੇਗਾ? ਯਿਸੂ ਮਸੀਹ ਨੇ ਕਿਹਾ, ਤੁਹਾਨੂੰ ਸਵਰਗ ਦੇ ਵਿੱਚ ਅਨੰਤ ਜੀਵਨ ਤੇ ਇਸ ਧਰਤੀ ਦੇ ਉੱਤੇ 100 ਗੁਣਾ। ਇਹਦਾ ਮਤਲਬ ਜੇ ਤੁਸੀਂ ਚੰਗਾ ਬੋਓਗੇ ਇਸ ਧਰਤੀ ਤੇ ਤੁਸੀਂ ਉਹਦਾ ਫਰੂਟ ਵੀ ਦੇਖੋਗੇ, 100 ਗੁਣਾ ਫਰੂਟ ਦੇਖੋਗੇ। ਕਿਸੇ ਨੂੰ ਮਾਫ ਕਰਕੇ ਦੇਖੋ, ਕਿਸੇ ਦੀ ਹੈਲਪ ਕਰਕੇ ਦੇਖੋ, ਕਿਸੇ ਲਈ ਹੈਲਪਿੰਗ ਹੈਂਡ ਬਣ ਕੇ ਦੇਖੋ, ਤੁਸੀਂ 100 ਗੁਣਾ ਫਲ ਪਾਓਗੇ। ਜੇ ਕਿਸੇ ਲਈ ਕੜਤਨ, ਕਿਸੇ ਲਈ ਚੀਟਿੰਗ, ਕਿਸੇ ਲਈ ਬੁਰਾ ਵਿਵਹਾਰ ਰੱਖ ਕੇ ਬੈਠੇ ਆ ਤਾਂ ਨਰਕ ਵੀ ਤੇ ਇਸ ਜ਼ਮੀਨ ਦੇ ਉੱਤੇ ਵੀ ਵਰਸ ਲਾਈਫ ਨੂੰ ਲੋਕ ਦੇਖਦੇ ਨੇ ਤੇ ਅਸੀਂ ਜਾਣਦੇ ਹਾਂ। ਤੇ ਅਸੀਂ ਕੀ ਸੁਣਦੇ ਹਾਂ? ਅਸੀਂ ਕਹਿੰਦੇ ਹਾਂ ਸਵਰਗ ਤੇ ਨਰਕ ਇੱਥੇ ਹੀ ਹੈ, ਇਹਨੇ ਇਸ ਤਰ੍ਹਾਂ ਕੀਤਾ ਤਾਂ ਇਹਦੇ ਨਾਲ ਇੱਦਾਂ ਹੋ ਗਿਆ। ਨੋ, ਇਹ ਗਲਤ ਸਟੇਟਮੈਂਟ ਹੈ। ਤੁਸੀਂ ਸਵਰਗ ਨੂੰ ਤੇ ਇਸ ਜ਼ਮੀਨ ਨੂੰ ਕੰਪੇਅਰ ਨਹੀਂ ਕਰ ਸਕਦੇ। ਤੁਸੀਂ ਨਰਕ ਨੂੰ ਤੇ ਇਸ ਜ਼ਮੀਨ ਦੇ ਖਰਾਬ ਹਾਲਾਤ ਨੂੰ ਕੰਪੇਅਰ ਨਹੀਂ ਕਰ ਸਕਦੇ। ਬਾਈਬਲ ਕਹਿੰਦੀ ਨਰਕ 'ਚ ਨਾ ਤਾਂ ਉਹ ਕੀੜਾ ਮਰਦਾ, ਨਾ ਉਹਦੀ ਅੱਗ ਘਟਦੀ ਹੈ, ਨਾ ਉੱਥੋਂ ਦੀਆਂ ਟਰਬਲਸ ਕਦੇ ਵੀ ਖਤਮ ਹੋਣਗੀਆਂ। ਉਹ ਅੱਗ ਹਮੇਸ਼ਾ ਬਲਦੀ ਰਹੇਗੀ, ਉਹ ਆਤਮਾ ਉਸ ਅੱਗ 'ਚ ਹਮੇਸ਼ਾ ਸੜਦੀ ਰਹੇਗੀ। ਤੇ ਜੇ ਸਵਰਗ ਵਿੱਚੋਂ ਤਾਂ ਹਮੇਸ਼ਾ ਦਾ ਅਨੰਤ ਜੀਵਨ ਤੇ ਚੈਨ ਤੇ ਸੁੱਖ ਤੇ ਆਰਾਮ ਸਾਡੀ ਜ਼ਿੰਦਗੀ ਦਾ, ਸਾਡੀ ਇਟਰਨਿਟੀ ਦਾ ਹਿੱਸਾ ਹੋਏਗਾ। ਹਾਲੇਲੂਇਆ। ਯਿਸੂ ਮਸੀਹ ਨੇ ਕਿਹਾ, ਜੋ ਸਰੀਰ ਨੂੰ ਘਾਤ ਕਰ ਸਕਦਾ ਉਹਦੇ ਤੋਂ ਨਾ ਡਰੋ, ਪਰ ਉਹ ਤੋਂ ਡਰੋ ਜੋ ਸਰੀਰ ਤੇ ਆਤਮਾ ਦੋਨਾਂ ਨੂੰ ਘਾਤ ਕਰ ਸਕਦਾ। ਹਾਲੇਲੂਇਆ। ਮੇਰਾ ਵਿਸ਼ਵਾਸ ਹੈ ਵਰਡ ਤੁਹਾਡੀ ਜ਼ਿੰਦਗੀ 'ਚ ਕੰਮ ਕਰਨਗੇ। ਤੁਸੀਂ ਆਪਣੇ ਦਿਲ ਤੋਂ ਆਪਣੇ ਸਤਾਨ ਵਾਲਿਆਂ ਨੂੰ ਮਾਫ ਕਰੋਗੇ, ਪ੍ਰਾਰਥਨਾ ਕਰੋਗੇ ਉਹਨਾਂ ਦੇ ਲਈ, ਤੁਹਾਡੀ ਲਾਈਫ ਸੇਮ ਨਹੀਂ ਰਹੇਗੀ। ਹਾਲੇਲੂਇਆ। ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਸਿਰਾਂ ਨੂੰ ਝੁਕਾਵਾਂਗੇ, ਅਸੀਂ ਪ੍ਰਾਰਥਨਾ 'ਚ ਜਾਵਾਂਗੇ। ਸਰਵਸ਼ਕਤੀਮਾਨ ਪਰਮੇਸ਼ਵਰ ਯਿਸੂ ਮਸੀਹ ਨਾਸਰੀ, ਮੈਂ ਤੁਹਾਡਾ ਧੰਨਵਾਦ ਕਰਦਾ ਇਹ ਵਕਤ ਜੋ ਤੁਸੀਂ ਸਾਨੂੰ ਦਿੱਤਾ, ਅਸੀਂ ਇਕੱਠੇ ਹੋ ਕੇ ਤੁਹਾਡੇ ਵਚਨ ਵਿੱਚੋਂ ਸਿੱਖ ਸਕੇ। ਮਹਾਨ ਪਰਮੇਸ਼ਵਰ, ਮੈਂ ਪ੍ਰਾਰਥਨਾ ਕਰਦਾ ਇਸ ਵਕਤ ਆਪਣੇ ਹਰ ਇੱਕ ਦੇਖਣ ਵਾਲੇ ਭੈਣ ਭਰਾ, ਬੱਚੇ, ਬਜ਼ੁਰਗ ਲਈ। ਮਹਾਨ ਪਰਮੇਸ਼ਵਰ ਜੀ, ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਇਹ ਵਚਨ 100 ਗੁਣਾ ਫਲਾਂ ਨੂੰ ਲੈ ਕੇ ਆਣ। ਪਿਤਾ ਪਰਮੇਸ਼ਵਰ, ਇਹ ਲੋਕਾਂ ਦੀਆਂ ਗੱਲਾਂ ਨੂੰ ਸੁਣ ਕੇ ਉਹਦੇ ਤੇ ਮੈਡੀਟੇਟ ਨਾ ਕਰਨ, ਪਰ ਤੇਰੇ ਵੱਲ ਦੇਖਣ। ਤੇਰੇ ਵੱਲ ਦੇਖਣ ਵਾਲਿਆਂ ਦਾ ਕਦੇ ਤੁਸੀਂ ਮੂੰਹ ਕਾਲਾ ਨਹੀਂ ਹੋਣ ਦਿੰਦੇ। ਬਾਈਬਲ ਕਹਿੰਦੀ ਹੈ ਖੁਦਾਵੰਦ, ਹਰ ਇੱਕ ਜਨ ਅੱਜ ਤੋਂ ਬਾਅਦ ਆਤਮਿਕ ਹੋ ਕੇ ਸੋਚੇ ਤੇ 100 ਗੁਣਾ ਫਲਾਂ ਦਾ ਅਧਿਕਾਰੀ ਹੋਵੇ। ਅਗਰ ਕੋਈ ਮੈਨੂੰ ਬਿਮਾਰ ਦੇਖ ਰਿਹਾ, ਯਿਸੂ ਮਸੀਹ ਦੇ ਨਾਮ 'ਚ ਮੈਂ ਕਮਾਂਡ ਕਰਦਾ ਹਰ ਬਿਮਾਰੀ ਨੂੰ ਗਿਰਨ ਦੇ ਲਈ, ਹਰ ਟਰਬਲ ਨੂੰ ਖਤਮ ਹੋਣ ਦੇ ਲਈ। ਯਿਸੂ ਮਸੀਹ ਦੇ ਨਾਮ 'ਚ ਹਰ ਇੱਕ ਜਨ ਚੰਗਿਆਈ ਨੂੰ ਗ੍ਰਹਿਣ ਕਰੇ, ਛੁਟਕਾਰੇ ਨੂੰ ਗ੍ਰਹਿਣ ਕਰੇ। ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ। ਆਮੀਨ, ਆਮੀਨ, ਹਾਲੇਲੂਇਆ। ਤੁਸੀਂ ਵੀ ਬੋਲ ਸਕਦੇ ਹੋ ਆਮੀਨ। ਸੋ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਵਕਤ ਨੂੰ ਤੁਸੀਂ ਮੇਰੇ ਲਈ ਦਿੱਤਾ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਤੁਹਾਡੀ ਕੋਈ ਵੀ ਪ੍ਰੇਅਰ ਰਿਕੁਐਸਟ ਹੈ, ਕੋਈ ਵੀ ਕੁਐਸਚਨ ਹੈ, ਕੋਈ ਵੀ ਡਾਊਟ ਹੈ, ਤੁਸੀਂ ਸਾਨੂੰ ਕਾਲ ਕਰੋ 7788922250। ਅਸੀਂ ਮਿਲ ਕੇ ਤੁਹਾਡੀ ਦੁਆ ਕਰਾਂਗੇ ਤੇ ਪਰਮੇਸ਼ਰ ਤੁਹਾਨੂੰ ਸੇਮ ਨਹੀਂ ਰਹਿਣ ਦੇਣਗੇ। ਤੇ ਜੇ ਤੁਸੀਂ ਚਾਹੁੰਦੇ ਹੋ ਸਾਡੇ ਨਾਲ ਮਿਲ ਕੇ ਇਨ ਪਰਸਨ ਚਰਚ ਦੇ ਵਿੱਚ ਆ ਕੇ ਸਭਾ ਨੂੰ ਅਟੈਂਡ ਕਰਨ ਲਈ, ਤਾਂ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਹਰ ਇਤਵਾਰ ਦੁਪਹਿਰੇ 1 ਵਜੇ ਅਸੀਂ ਮਿਲ ਕੇ ਪਰਮੇਸ਼ਰ ਦੇ ਭਵਨ ਦੇ ਵਿੱਚ ਇਕੱਠੇ ਹੁੰਦੇ ਹਾਂ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਤੁਸੀਂ ਭਵਨ ਦੇ ਵਿੱਚ ਆ ਸਕਦੇ ਹੋ। ਐਡਰੈਸ ਸਕਰੀਨ ਦੇ ਥੱਲੇ ਦਿੱਤਾ ਗਿਆ, 660 ਈਸਟ 51st ਐਵਨਿਊ, ਵੈਂਕੂਵਰ, BC। ਤੁਹਾਡੇ ਸਾਰਿਆਂ ਦਾ ਪਰਮੇਸ਼ਰ ਦੇ ਘਰ ਦੇ ਵਿੱਚ ਸਵਾਗਤ ਹੈ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸੋਸ਼ਲ ਮੀਡੀਆ ਦੇ ਦੁਆਰਾ ਵੀ ਜੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਫੇਸਬੁੱਕ, WhatsApp, Twitter, Instagram, YouTube, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ।
ਪੋਡਕਾਸਟ ਦੇ ਥਰੂ ਤੁਸੀਂ ਪਰਮੇਸ਼ਰ ਦੇ ਕਲਾਮ ਨੂੰ ਹਰ ਰੋਜ਼ ਤੁਸੀਂ ਇਹਨਾਂ ਮਾਧਿਅਮ ਦੇ ਥਰੂ ਪਰਮੇਸ਼ਰ ਦੇ ਕਲਾਮ ਨੂੰ ਸੁਣ ਸਕਦੇ ਹੋ। ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਹੋਰ ਵੀ ਡਿਟੇਲ ਨੂੰ ਲੈ ਸਕਦੇ ਹੋ, ਸਾਨੂੰ ਕਾਲ ਕਰ ਸਕਦੇ ਹੋ। ਤੇ ਮੇਰਾ ਵਿਸ਼ਵਾਸ ਹੈ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰਨਗੇ, ਤੁਹਾਡੀ ਲਾਈਫ ਸੇਮ ਨਹੀਂ ਰਹੇਗੀ। ਅਸੀਂ ਫੇਰ ਮਿਲਾਂਗੇ ਅਗਲੇ ਹਫਤੇ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪ੍ਰੇਜ਼ ਦਾ ਲਾਰਡ, ਜੈ ਮਸੀਹ ਦੀ। ਗॉड ਬlesਸ ਯੂ ਆਲ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਭਦਾ, ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਭਦਾ, ਯੀਸ਼ੂ ਕੋਲ ਆਵੇਂ ਤੇ ਚੰਗਾ ਏ।